टीवी पंजाब देखने वाले सारे दर्शकों का एक बार फिर बहुत बहुत स्वागत। मैं हाँ मनदीप सिंह टुट ते अज फिर असी हाजिर हाँ लैके खास पेशकश जिहदे विच असी करते हैं कुछ खास खबरों ते चर्चा। खबर चाहे पंजाब दी होण चाहे फिर अमेरिका कनेडा दीयां सारियां खबरों ते असी विस्तार नाल तुहानूं जानकारी दिंदे हां। ते इस प्रोग्राम च मेरे नाल हमेशा की तरह बने हुए ने जलंधर तो मेरे सहयोगी जसवीर जी। जसवीर जी बहुत बहुत स्वागत जी एक बार फिर। शुक्रिया मनदीप जी और टीवी पंजाब देखने वाले तमाम व्यूअर्स ਨੂੰ सत श्री अकाल आदाब नमस्कार। जी जसवीर जी आप बीते काफी दिनों तो सुमेध सैनी के मामले ते चर्चा कर रहे हैं। हर पासे सुमेध सैनी की चर्चा हो रही है। कल हले हाई कोर्ट ने झटका दिता। हुण सुनिया कि कैप्टन अमरिंदर सिंह की सरकार भी कोई झटका देने की तैयारी कर रही है। दरअसल लगातार सुमेध सैनी ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਨੇ। लगातार ਉਹਦੀਆਂ ਅਰਜ਼ੀਆਂ ਜਿਹੜੀਆਂ ਉਹ ਰੱਦ ਹੋ ਰਹੀਆਂ ਨੇ। ਅਦਾਲਤ ਵੱਲੋਂ ਤਾਂ ਝਟਕੇ ਦਿੱਤੇ ਹੀ ਜਾ ਰਹੇ ਆ। ਹੁਣ ਕਹਿੰਦੇ ਹੁੰਦੇ ਨਾ ਕਿ ਮਾੜਾ ਸਮਾਂ ਹੋਵੇ ਤੇ ਫਿਰ ਜਿਹੜੇ ਨਾਲ ਖੜਨ ਦਾ ਤੁਹਾਡੇ ਦਮ ਭਰਦੇ ਹੁੰਦੇ ਆ, ਚੰਗੇ ਮਾੜੇ ਵੇਲੇ 'ਚ ਤੁਹਾਡੇ ਨਾਲ ਖੜੇ ਹੋਏ ਹੁੰਦੇ ਆ ਤੇ ਫਿਰ ਉਹ ਵੀ ਹੌਲੀ ਹੌਲੀ ਇੱਕ ਇੱਕ ਕਰਕੇ ਕਿਨਾਰੇ ਤੇ ਹੋਣਾ ਸ਼ੁਰੂ ਹੋ ਜਾਂਦੇ ਆ। ਇਹੀ ਸਰਕਾਰਾਂ ਸੀਗੀਆਂ ਜਿਹੜੀਆਂ ਪੁਸ਼ਤ ਪਨਾਹੀ ਕਰਿਆ ਕਰਦੀਆਂ ਸੀਗੀਆਂ ਸੁਮੇਧ ਸਿੰਘ ਸੈਣੀ ਦੀਆਂ। ਇਹੀ ਜੀ ਸਿਆਸੀ ਆਗੂ ਸੀਗੇ ਜਿਹੜੇ ਬੱਲੇ ਬੱਲੇ ਕਰਵਾਉਂਦੇ ਹੁੰਦੇ ਸੀਗੇ। ਪਰ ਜਿਵੇਂ ਜਿਵੇਂ ਉਹਦੇ ਕੇਸ ਨਿਕਲ ਕੇ ਸਾਹਮਣੇ ਆ ਰਹੇ ਤਿਵੇਂ ਤਿਵੇਂ ਸਰਕਾਰਾਂ ਨੇ ਪੈਰ ਪਿੱਛੇ ਖੁੱਚਣੇ ਸ਼ੁਰੂ ਕਰਤੇ ਆ। ਸਿਆਸੀ ਲੀਡਰ ਵੀ ਕਿਨਾਰੇ ਤੇ ਹੋਣੇ ਸ਼ੁਰੂ ਹੋ ਗਿਆ। ਹੁਣ ਕੋਈ ਵੀ ਸੈਣੀ ਦੇ ਹੱਕ ਦੇ ਵਿੱਚ ਗੱਲ ਕਰਨ ਨੂੰ ਤਿਆਰ ਨਹੀਂ ਆ। ਜਦ ਕਿ ਜੇ ਗੱਲ ਕਰ ਲਈਏ ਇਹਨਾਂ ਸਰਕਾਰਾਂ ਤੇ, ਚਾਹੇ ਅਕਾਲੀ ਦਲ ਹੈ ਤੇ ਚਾਹੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਸਾਂਝੀ ਸੀ ਇਹ ਸੀ, ਚਾਹੇ ਕਾਂਗਰਸ ਦੀ ਸਰਕਾਰ ਆ, ਇਹ ਸੈਣੀ ਵਰਗੇ ਲੋਕਾਂ ਨੂੰ ਹਮੇਸ਼ਾ ਪ੍ਰੋਤਸਾਹਿਤ ਕਰਦੇ ਰਹੇ, ਵੱਡੇ ਵੱਡੇ ਅਹੁਦਿਆਂ ਦੇ ਉੱਤੇ ਅੱਗੇ ਲੈ ਕੇ ਆਉਂਦੇ ਰਹੇ। ਪਰ ਮਸਲੇ ਇਹ ਹੈ ਕਿ ਹੁਣ ਜਦੋਂ ਦਾ ਬਲਵੰਤ ਸਿੰਘ ਮੁਲਤਾਨੀ ਕੇਸ ਜਿਹੜਾ ਆ ਉਹ ਸਿਖਰ ਵੱਲ ਨੂੰ ਜਾਣਾ ਸ਼ੁਰੂ ਹੋਇਆ, ਤਦ ਤੋਂ ਇੱਕ ਤਾਂ ਸੈਣੀ ਖੁਦ ਵੀ ਰੂਪੋਸ਼ ਹੋ ਗਿਆ, ਦੂਜਾ ਉਹਦੇ ਤੋਂ ਉਹਦੇ ਆਪਣਿਆਂ ਨੇ ਵੀ ਕਿਨਾਰਾ ਕਰਨਾ ਸ਼ੁਰੂ ਕਰਤਾ। ਹੁਣ ਪੰਜਾਬ ਸਰਕਾਰ ਜਿਹੜੀ ਹੈ, ਕਿਉਂਕਿ ਛਾਪੇਮਾਰੀਆਂ ਚੱਲਦੀਆਂ ਪਈਆਂ, ਰੂਪੋਸ਼ ਹੋਇਆ ਸੁਮੇਧ ਸੈਣੀ, ਤੇ ਪੰਜਾਬ ਸਰਕਾਰ ਬਹੁਤ ਛੇਤੀ ਸੁਮੇਧ ਸਿੰਘ ਸੈਣੀ ਨੂੰ ਭਗੌੜਾ ਘੋਸ਼ਿਤ ਕਰਨ ਲਈ ਅਦਾਲਤ ਦੇ ਵਿੱਚ ਅਰਜ਼ੀ ਦੇਣ ਲਈ ਬਿਲਕੁਲ ਤਿਆਰੀਆਂ ਕਰੀ ਬੈਠੀ ਹੈ। ਔਰ ਮੇਰਾ ਖਿਆਲ ਹੈ ਕਿ ਇਹ ਸੁਮੇਧ ਸਿੰਘ ਸੈਣੀ ਲਈ ਇੱਕ ਵੱਡਾ ਝਟਕਾ ਹੋਏਗਾ। ਪਰ ਨਾਲ ਇੱਕ ਝਟਕਾ ਹੋਰ ਲੱਗ ਗਿਆ ਮਨਦੀਪ ਜੀ ਸੁਮੇਧ ਸਿੰਘ जी ਸੈਣੀ ਹੋਰਾਂ ਨੂੰ। ਝਟਕਾ ਲੱਗਾ ਆ ਕਿ ਇੱਕ ਕੇਸ ਹੋਰ ਅਗਵਾ ਕਰਨ ਦਾ ਨਵਾਂ ਖੜਾ ਹੋ ਗਿਆ। ਨਵਾਂ ਤਾਂ ਨਾ ਕਹੀਏ ਜ਼ਿਆਦਾ ਬਿਹਤਰ ਹੋਏਗਾ, ਕਿਉਂਕਿ ਕੇਸ ਬਹੁਤ ਪੁਰਾਣਾ ਆ। ਇਹ ਵੀ ਬਲਵੰਤ ਸਿੰਘ ਮੁਲਤਾਨੀ ਹੋਰਾਂ ਦੇ ਕੇਸ ਵਾਂਗੂ ਹੀ, ਤੇ ਇਸ ਕੇਸ ਦੇ ਵਿੱਚ ਵੀ 3 ਲੋਕਾਂ ਨੂੰ ਅਗਵਾ ਕੀਤਾ ਗਿਆ ਸੀਗਾ। ਇੱਕ ਵਾਹਨ ਕਾਰੋਬਾਰੀ ਸੀਗਾ ਵਿਨੋਦ ਕੁਮਾਰ, ਉਹਦਾ जी ਜੀਜਾ ਸੀਗਾ ਅਸ਼ੋਕ ਕੁਮਾਰ, ਤੇ ਉਹਨਾਂ ਦਾ ਡਰਾਈਵਰ ਸੀ ਮੁਖਤਿਆਰ ਸਿੰਘ। ਇਹਨਾਂ ਨੂੰ 1994 ਦੇ ਵਿੱਚ ਜਿਹੜਾ ਆ ਉਹ ਅਗਵਾ ਕੀਤਾ ਗਿਆ ਸੀਗਾ। ਮੁਖਤਿਆਰ ਸਿੰਘ ਹੋਰਾਂ ਨੂੰ ਜਿਹੜਾ ਆ ਤੇ ਵਿਨੋਦ ਕੁਮਾਰ ਤੇ ਅਸ਼ੋਕ ਕੁਮਾਰ ਨੂੰ ਅਗਵਾ ਕੀਤਾ ਗਿਆ ਸੀਗਾ। ਉਸ ਤੋਂ ਬਾਅਦ ਉਹਨਾਂ ਦਾ ਥਹੁ ਪਤਾ ਨਹੀਂ ਲੱਗਾ, ਤੇ ਇਸ ਮਾਮਲੇ ਦੇ ਵਿੱਚ ਵਿਨੋਦ ਕੁਮਾਰ ਦੀ ਮਾਂ ਨੇ ਜਿਹੜਾ ਆ ਉਹ ਅਦਾਲਤ ਦੇ ਵਿੱਚ ਕੇਸ ਲਾਇਆ ਸੀ। ਹਾਲਾਂਕਿ ਉਹਨਾਂ ਦੀ ਮਾਂ ਜਿਹੜੀ ਅਮਰ ਕੌਰ ਸੀਗੀ ਉਹ 2017 ਚ ਇਸ ਜਹਾਨ ਤੋਂ ਅਕਾਲ ਚਲਾਣਾ ਕਰ ਗਈ, ਪਰ ਉਹ ਕੇਸ ਦੁਬਾਰਾ ਫਿਰ ਖੁੱਲ ਗਿਆ। ਉਸ ਕੇਸ ਦੇ ਵਿੱਚ ਸੁਮੇਧ ਸਿੰਘ ਸੈਣੀ ਨੂੰ ਨਿੱਜੀ ਪੇਸ਼ੀ ਤੋਂ ਛੋਟ ਮਿਲੀ ਹੋਈ ਸੀਗੀ, ਤੇ ਹੁਣ ਉਹ ਛੋਟ ਖਤਮ ਕਰਨ ਦੀਆਂ ਤਿਆਰੀਆਂ ਵੀ ਚੱਲ ਪਈਆਂ ਨੇ, ਤੇ ਉਹ ਕੇਸ ਵੀ ਦੁਬਾਰਾ ਫਿਰ ਤੋਂ ਖੁੱਲਣ ਲੱਗ ਪਿਆ। ਕੁੱਲ ਮਿਲਾ ਕੇ ਕਹਿ ਲਈਏ ਕਿ ਇੱਕ ਪਹਿਲੇ ਬਲਵੰਤ ਸਿੰਘ ਮੁਲਤਾਨੀ ਹੋਰਾਂ ਦਾ ਅਗਵਾ ਕਰਨ ਦਾ ਤੇ ਉਹਨਾਂ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਦਾ ਕੇਸ ਜਿਹੜਾ ਉਹਨਾਂ ਦੇ ਉੱਤੇ ਚੱਲਦਾ ਪਿਆ, ਧਾਰਾ 302 ਦਾ ਮਾਮਲਾ ਚੱਲਦਾ ਪਿਆ। ਹੁਣ ਦੂਜਾ ਆ ਨਵਾਂ ਮਾਮਲਾ ਨਿਕਲ ਕੇ ਆ ਗਿਆ ਹੈ। ਇਹਦੇ ਨਾਲ ਸੁਮੇਧ ਸਿੰਘ ਸੈਣੀ ਦੀਆਂ ਮੁਸ਼ਕਲਾਂ ਲਾਜ਼ਮੀ ਤੌਰ ਤੇ ਵਧਣਗੀਆਂ, ਔਰ ਵਧਣਗੀਆਂ ਵੀ जी ਇਸ ਤਰੀਕੇ ਨਾਲ ਕਿ ਇੱਕ ਪਾਸੇ ਜਿਹੜਾ ਆ ਦਲ ਖਾਲਸਾ ਜਿਹੜਾ ਆ ਉਹ ਅੰਮ੍ਰਿਤਸਰ ਦੇ ਵਿੱਚ ਥਾਂ ਪਰ ਥਾਂ ਪੋਸਟਰ ਵੀ ਲਾਈ ਜਾਂਦਾ। ਜੇ ਪੰਜਾਬ ਸਰਕਾਰ ਕਹਿੰਦੀ ਨਾ ਕਿ ਅਸੀਂ ਭਗੌੜਾ ਘੋਸ਼ਿਤ ਕਰਨਾ ਆ, ਤਾਂ ਦਲ ਖਾਲਸਾ ਸੰਸਥਾ ਨੇ ਤਾਂ ਭਗੌੜਾ ਘੋਸ਼ਿਤ ਕਰ ਦਿੱਤਾ ਆ। ਅੰਮ੍ਰਿਤਸਰ 'ਚ जी ਬਹੁਤ ਸਾਰੀਆਂ ਥਾਵਾਂ ਦੇ ਉੱਤੇ ਸੁਮੇਧ ਸਿੰਘ ਸੈਣੀ ਦੇ ਭਗੌੜੇ ਹੋਣ ਦੇ ਪੋਸਟਰ ਜਿਹੜੇ ਆ ਉਹ ਲਾ ਦਿੱਤੇ ਗਏ ਆ। ਔਰ ਨਾਲ ਦੀ ਨਾਲ ਇਹ ਵੀ ਕਿਹਾ ਗਿਆ ਆ ਕਿ ਜਿਹੜੇ ਅਪਰਾਧ ਸੁਮੇਧ ਸਿੰਘ ਸੈਣੀ ਨੇ ਕੀਤੇ ਆ ਉਹਨਾਂ ਦੀ ਸਜ਼ਾ ਜਿਹੜੀ ਆ ਸੁਮੇਧ ਸਿੰਘ ਸੈਣੀ ਨੂੰ ਲਾਜ਼ਮੀ ਤੌਰ ਤੇ ਮਿਲਣੀ ਚਾਹੀਦੀ ਆ। ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਇੱਕ ਕਾਨੂੰਨੀ ਪ੍ਰਕਿਰਿਆ ਚੱਲਦੀ ਪਈ ਹੈ, ਦੂਜੇ ਪਾਸੇ ਜਿਸ ਤਰੀਕੇ ਨਾਲ ਦਲ ਖਾਲਸਾ ਪੋਸਟਰ ਲਾ ਰਿਹਾ ਆ ਉਹ ਸਭ ਦੇ ਨਾਲ ਇੱਕ ਲੋਕ ਲਹਿਰ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੁਮੇਧ ਸਿੰਘ ਸੈਣੀ ਦੇ ਖਿਲਾਫ ਲੋਕਾਂ ਦੀ ਮਾਨਸਿਕਤਾ ਨੂੰ ਤਿਆਰ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਇਸ ਸਭ ਤੋਂ ਬਾਅਦ ਸੁਮੇਧ ਸਿੰਘ ਸੈਣੀ ਦੇ ਕੋਲ ਰਾਹ ਸਿਰਫ ਤੇ ਸਿਰਫ 3 ਬਚਦੇ ਨੇ ਮਨਦੀਪ ਜੀ। ਇੱਕ जी ਤਾਂ ਰਾਹ ਸਿੱਧੇ ਤੌਰ ਤੇ ਬਚਿਆ ਆ ਹੁਣ ਸੁਪਰੀਮ ਕੋਰਟ ਦਾ, ਕਿ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਵੇ ਸੁਮੇਧ ਸਿੰਘ ਸੈਣੀ, ਸ਼ਾਇਦ ਉੱਥੋਂ ਕੋਈ ਰਾਹਤ ਮਿਲ ਜਾਵੇ ਜਾਂ ਕੋਈ ਰੋਕ ਲੱਗ ਜਾਵੇ ਕਿਸੇ ਤਰੀਕੇ ਦੀ ਗ੍ਰਿਫਤਾਰੀ ਦੇ ਉੱਤੇ। ਦੂਜਾ ਰਾਹ ਬਚਦਾ ਆ ਕਿ ਸਿੱਧੇ ਤੌਰ ਤੇ ਮੁਹਾਲੀ ਦੀ ਅਦਾਲਤ ਦੇ ਵਿੱਚ ਆਤਮ ਸਮਰਪਣ ਕਰ ਦੇਵੇ, ਤੇ ਤੀਜਾ ਰਾਹ
गिरफ्तारी। ਇਸ ਤੋਂ ਇਲਾਵਾ ਫਿਲਹਾਲ ਦੀ ਘੜੀ ਕੋਈ ਰਾਹ ਬਚਦਾ ਜਿਹੜਾ ਹੈ ਉਹ ਸੁਮੇਧ ਸਿੰਘ ਸੈਣੀ ਦੇ ਲਈ ਨਜ਼ਰ ਨਹੀਂ ਆ ਰਿਹਾ। ਦਰਵਾਜ਼ੇ ਬੰਦ ਤਾਂ ਹੋ ਰਹੇ ਨੇ, ਖੁੱਲ ਨਹੀਂ ਰਹੇ। ਤੇ ਮੇਰਾ ਖਿਆਲ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਅਹੁਦਿਆਂ ਦੇ ਉੱਤੇ ਰਹਿ ਕੇ ਉਹਨਾਂ ਅਹੁਦਿਆਂ ਦਾ ਦੁਰਉਪਯੋਗ ਕਰਦੇ ਆ, ਆਪਣੀ ਤਾਕਤ ਦੇ ਨਾਲ ਗਰੀਬ ਗੁਰਬੇ ਨੂੰ ਜਾਂ ਹੋਰਨਾਂ ਨੂੰ ਦੱਬਣ ਦੀ ਕੋਸ਼ਿਸ਼ ਕਰਦੇ ਆ। ਉਹਨਾਂ ਨੂੰ ਇਸ ਕੇਸ ਤੋਂ ਜ਼ਰੂਰ ਥੋੜਾ ਬਹੁਤਾ ਸਬਕ ਲੈ ਲੈਣਾ ਚਾਹੀਦਾ ਕਿ ਜਦੋਂ ਫਿਰ ਸ਼ਿਕੰਜਾ ਕੱਸਿਆ ਜਾਂਦਾ ਨਾ ਇਦਾਂ ਦੇ ਮਾਮਲਿਆਂ ਦੇ ਵਿੱਚ ਤੇ ਰਾਹ ਬੰਦ ਹੁੰਦੇ ਆ, ਫਿਰ ਰਾਹ ਖੁੱਲਦੇ ਨਹੀਂ। ਇਸ ਕਰਕੇ ਜੇ ਤੁਸੀਂ ਅਹੁਦੇ ਤੇ ਰਹਿ ਕੇ ਇਮਾਨਦਾਰੀ ਨਾਲ ਕੰਮ ਕਰੋਗੇ, ਜੇ ਅਹੁਦੇ ਤੇ ਰਹਿ ਕੇ ਜੋ ਤੁਹਾਡੀਆਂ ਜ਼ਿੰਮੇਵਾਰੀਆਂ ਆ ਉਸੇ ਤਰੀਕੇ ਨਾਲ ਨਿਭਾਓਗੇ ਤਾਂ ਜ਼ਿਆਦਾ ਬਿਹਤਰ ਹੋਏਗਾ। ਜੇ ਮਨੁੱਖੀ ਘਾਣ ਕਰਨ ਦੀ ਕੋਸ਼ਿਸ਼ ਕਰੋਗੇ, ਜਿੱਦਾਂ ਕੀਤਾ ਗਿਆ, ਜਿੱਦਾਂ ਦੇ ਇਲਜ਼ਾਮ ਸੁਮੇਧ ਸਿੰਘ ਸੈਣੀ ਤੇ ਲੱਗਦੇ ਨੇ, ਜਾਂ ਜਿੱਦਾਂ ਦੇ ਉਸ 90 ਦੇ ਦਹਾਕੇ ਦੇ ਦਰਮਿਆਨ ਪੁਲਿਸ ਦੇ ਕਈ ਉੱਚ ਅਧਿਕਾਰੀਆਂ ਤੇ ਆਰੋਪ ਲੱਗਦੇ ਨੇ ਜਿਨ੍ਹਾਂ ਨੇ ਉਸ ਦੌਰ ਦੇ ਵਿੱਚ ਨਾ ਸਿਰਫ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ, ਨੌਜਵਾਨੀ ਦਾ ਘਾਣ ਕੀਤਾ, ਬਲਕਿ ਨਾਲ ਦੀ ਨਾਲ ਆਪਣੀ ਡਿਊਟੀ ਨਾਲ ਵੀ ਕੋਤਾਹੀ ਕੀਤੀ ਆ। ਫਿਰ ਉਹਨਾਂ ਦੇ ਨਾਲ ਜਿਹੜਾ ਇਹ ਘੱਟੋ ਘੱਟ ਅਖੀਰੀ ਸਮੇਂ ਦੇ ਵਿੱਚ ਜਾ ਕੇ ਪਰਿਸਥਿਤੀਆਂ ਬਣਦੀਆਂ ਜ਼ਰੂਰ ਨਜ਼ਰ ਆਉਣਗੀਆਂ। ਜੀ ਜਸਵੀਰ ਜੀ, ਵੈਸੇ ਆਪਾਂ ਜਿਹੜੀ ਮੈਂ ਗੱਲ ਛੇੜਨ ਲੱਗਾ ਇੱਥੇ ਪਹਿਲਾਂ ਵੀ ਕਾਫੀ ਚਰਚਾ ਕਰ ਚੁੱਕੇ ਹਾਂ, ਪਰ ਸੁਮੇਧ ਸੈਣੀ ਜਿਹੜਾ ਕਿ ਕਿਸੇ ਵੇਲੇ ਆਪਾਂ ਟੌਪ ਕੋਪ ਕਹਿ ਦਿੰਦੇ ਆ ਜਾਂ ਪੰਜਾਬ ਦਾ ਡੀਜੀਪੀ ਕਹਿ ਦਿੰਦੇ ਆ, ਇਸ ਅਹੁਦੇ ਤੇ ਰਹੇ ਆ ਔਰ ਕਿਤੇ ਨਾ ਕਿਤੇ ਕਾਨੂੰਨ ਦੇ ਰਖਵਾਲੇ ਰਹੇ ਆ ਔਰ ਇਸ ਵਕਤ ਉਹ ਕਾਨੂੰਨ ਦੇ ਭਗੌੜੇ ਬਣੇ ਹੋਏ ਆ। ਔਰ ਇਸ ਵਕਤ ਜਿਹੜੀ ਮਿੱਟੀ ਪਲੀਤ ਉਹਨਾਂ ਦੀ ਹੋ ਰਹੀ ਹੈ, ਕਿਤੇ ਪੋਸਟਰ ਲੱਗ ਰਹੇ ਨੇ, ਕਿਤੇ ਤਰ੍ਹਾਂ ਦੇ ਬਿਆਨ ਆ ਰਹੇ ਨੇ, ਪਰ ਤੁਹਾਨੂੰ ਲੱਗਦਾ ਕਿ ਇਹਦੇ ਨਾਲ ਨਾਲ ਮਿੱਟੀ ਪਲੀਤ ਜਿਹੜੀ ਹੈ ਕਿਤੇ ਨਾ ਕਿਤੇ ਪੁਲਿਸ ਦੀ ਵੀ ਹੋ ਰਹੀ ਆ? ਜਿਹੜੀ ਕਰੋਨਾ ਦੇ ਦੌਰ ਵਿੱਚ ਮੈਂ ਹਰਜੀਤ ਸਿੰਘ ਵਰਗੀ ਮੁਹਿੰਮ ਚਲਾ ਕੇ ਜਾਂ ਹੋਰ ਮੁਹਿੰਮਾਂ ਚਲਾ ਕੇ ਜਿਹੜਾ ਪੁਲਿਸ ਦਾ ਅਕਸ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜਿਹੜੀ ਹੁਣ ਮਿਲੀ ਭੁਗਤ ਨਾਲ ਖੇਡ ਚੱਲ ਰਹੀ ਆ ਸੁਮੇਧ ਸੈਣੀ ਨੂੰ ਜਿਹੜਾ ਸਮਾਂ ਦਿੱਤਾ ਰਿਹਾ, ਤਾਂ ਲੱਗਦਾ ਕਿ ਪੰਜਾਬ ਪੁਲਿਸ ਤੇ ਵੀ ਕਿਤੇ ਨਾ ਕਿਤੇ ਸਵਾਲ ਖੜੇ ਹੋ ਰਹੇ ਨੇ ਔਰ ਇੱਕ ਵਾਰੀ ਫੇਰ ਜਿਹੜੀ ਸਾਖ ਹੈ ਪੁਲਿਸ ਦੀ ਉਹ ਕਿਤੇ ਨਾ ਕਿਤੇ ਢਹਿੰਦੀ ਨਜ਼ਰ ਆ ਰਹੀ ਹੈ। ਪੰਜਾਬ ਪੁਲਿਸ ਦੇ ਕਿਰਦਾਰ ਦੇ ਉੱਤੇ ਸਵਾਲ ਕਿਤੇ ਅੱਜ ਨਵੇਂ ਥੋੜੀ ਖੜੇ ਹੋਣ ਲੱਗੇ ਆ। ਇਹ ਤਾਂ ਪਿਛਲੇ ਲੰਬੇ ਸਮੇਂ ਤੋਂ ਸਵਾਲਾਂ ਦੇ ਘੇਰੇ 'ਚ ਹੈ ਖਾਕੀ, ਔਰ ਇਹ ਸਵਾਲ ਵੀ ਏਡੇ ਗੰਭੀਰ ਨੇ ਜਿਨ੍ਹਾਂ ਦਾ ਅਜੇ ਤੱਕ ਕੋਈ ਜਵਾਬ ਜਿਹੜਾ ਉਹ ਨਹੀਂ ਮਿਲਦਾ ਨਜ਼ਰ ਆਇਆ। ਇਹ ਵੀ ਕਹਿ ਸਕਦੇ ਆ ਕਿ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਬਹੁਤ ਸਾਰੇ ਚੰਗੇ ਪੁਲਿਸ ਵਾਲੇ ਵੀ ਹੈਗੇ ਆ, ਕੰਮ ਕਰਨ ਵਾਲੇ, ਮਿਹਨਤੀ ਹੈਗੇ ਨੇ, ਇਮਾਨਦਾਰੀ ਨਾਲ ਕੰਮ ਕਰਦੇ ਨੇ, ਪਰ ਪੁਲਿਸ ਵਾਲਾ ਤਾਂ ਉਹ ਵੀ ਹੈ ਜਿਹਨੇ ਜਿਹੜਾ ਆ ਉਹ ਭੁਲੱਥ ਦੇ ਨੇੜੇ ਇੱਕ ਕਬੱਡੀ ਖਿਡਾਰੀ ਦਾ ਕਤਲ ਕੀਤਾ ਸੀਗਾ। ਪੁਲਿਸ ਵਾਲੇ ਉਹ ਵੀ ਸੀ ਜਿਨ੍ਹਾਂ ਨੇ ਭਗਵਾਨਪੁਰ ਬਟਾਲੇ ਦੇ ਵਿੱਚ ਪਿਛਲੇ ਦਿਨੀ ਇੱਕ ਕਬੱਡੀ ਖਿਡਾਰੀ ਦਾ ਕਤਲ ਕੀਤਾ। ਪੁਲਿਸ ਵਾਲੇ ਉਹ ਵੀ ਸੀ ਜਿਨ੍ਹਾਂ ਨੇ ਉਸ 90 ਦੇ ਦਹਾਕੇ ਦਾ ਜਿਹੜਾ ਮੈਂ ਜ਼ਿਕਰ ਛੇੜਿਆ, ਕੋ ਕੇ ਪੰਜਾਬ ਦੀ ਜਵਾਨੀ ਨੂੰ ਨਾ ਸਿਰਫ ਮਾਰਿਆ ਬਲਕਿ ਬਹੁਤ ਸਾਰਿਆਂ ਨੂੰ ਬਲੈਕਮੇਲ ਕਰਕੇ ਆਪਣੀਆਂ ਵੱਡੀਆਂ ਪ੍ਰਾਪਰਟੀਆਂ ਜਿਹੜੀਆਂ ਉਹ ਬਣਾਈਆਂ ਆ। ਨਿਰਭਰ ਕਰਦਾ ਹੈ ਕਿ ਤੁਸੀਂ ਡਿਊਟੀ ਕਿਸ ਤਰੀਕੇ ਦੀ ਨਿਭਾਉਂਦੇ ਆ। ਹੁਣ ਜਦੋਂ ਤੁਸੀਂ ਕਹਿੰਦੇ ਕਿ ਕਾਨੂੰਨ ਦਾ ਰਖਵਾਲਾ ਸੀਗਾ, ਭਾਈ ਜਿਹਨੇ ਕਾਨੂੰਨ ਵਾਲੀ ਕੁਰਸੀ ਤੇ ਬੈਠੇ ਹੋਇਆਂ, ਜਿੱਥੇ ਕਾਨੂੰਨ ਦੀ ਰਾਖੀ ਕਰਵਾਉਣੀ ਸੀ, ਉਸ ਕੁਰਸੀ ਤੇ ਉਸ ਅਹੁਦੇ ਤੇ ਬੈਠਿਆਂ ਜੇ ਚੰਗਾ ਕੰਮ ਨਹੀਂ ਕੀਤਾ ਤੇ ਹੁਣ ਰਿਟਾਇਰਮੈਂਟ ਤੋਂ ਬਾਅਦ ਕਿੱਦਾਂ ਚੰਗਾ ਕੰਮ ਦੀ ਉਮੀਦ ਕਰ ਲੈਂਦੇ ਤੁਸੀਂ ਕਿ ਕਾਨੂੰਨ ਦੀ ਪਾਲਣਾ ਉਹ ਕੀਤੀ ਜਾਏਗੀ? ਹਾਂ, ਉਹਦਾ ਤਰਕ ਹੋ ਸਕਦਾ ਸੁਮੇਧ ਸਿੰਘ ਸੈਣੀ ਦਾ ਕਿ ਮੇਰੇ ਕੋਲ ਕਾਨੂੰਨੀ ਨੁਕਤਾ ਅਜੇ ਇੱਕ ਰਾਹ ਬਚਿਆ ਆ, ਮੈਂ ਅਜੇ ਸੁਪਰੀਮ ਕੋਰਟ ਜਾ ਸਕਦਾ, ਇਸ ਕਰਕੇ ਜਦ ਤੱਕ ਮੈਂ ਉਹ ਰਾਹ ਅਜ਼ਮਾ ਨਹੀਂ ਲੈਂਦਾ ਤਦ ਤੱਕ ਮੈਂ ਜਿਹੜਾ ਆ ਉਹ ਇਸ ਤਰੀਕੇ ਨਾਲ ਗ੍ਰਿਫਤਾਰੀ ਨਹੀਂ ਦੇਣੀ। ਪਰ ਘੱਟੋ ਘੱਟ ਇੱਕ ਗੱਲ ਜ਼ਰੂਰ ਕਹੀ ਜਾ ਸਕਦੀ ਹੈ ਕਿ ਜਿਹੜੀ ਗੱਲ ਕਹਿੰਦੇ ਆ ਕਿ ਕਾਨੂੰਨ ਦੇ ਰਖਵਾਲੇ ਹੀ ਭਗੌੜੇ ਹੋਏ ਆ ਕਾਨੂੰਨ ਤੋਂ, ਇਹ ਭਾਈ ਜੇ ਕੁਰਸੀ ਤੇ ਬੈਠੇ ਕਾਨੂੰਨ ਦੀ ਪਾਲਣਾ ਨਹੀਂ ਕਰ ਸਕਦੇ, ਕਾਨੂੰਨ ਛਿੱਕੇ ਟੰਗਦੇ ਆ ਤੇ ਬਾਅਦ ਚ ਅਸੀਂ ਉਮੀਦ ਇਹਨਾਂ ਤੋਂ ਨਾ ਹੀ ਰੱਖੀਏ ਤਾਂ ਜ਼ਿਆਦਾ ਬਿਹਤਰ ਆ। ਜੀ ਇੱਥੇ ਆਪਾਂ ਗੱਲ ਕਰਦੇ ਇੱਕ ਹੋਰ ਆਫੀਸਰ ਦੀ ਜਿਹੜੇ ਕਾਫੀ ਚਰਚਾ 'ਚ ਰਹਿੰਦੇ ਅਕਸਰ ਕੁੰਵਰ ਵਿਜੇ ਪ੍ਰਤਾਪ ਹੁਣੀ, ਉਹਨਾਂ ਸੰਬੰਧੀ ਕੋਈ ਖਬਰ ਸਾਹਮਣੇ ਆਈ ਕਿ ਕਿਸੇ ਖੁਦ ਉਹਨਾਂ ਨੂੰ ਬੁਲਾਇਆ ਗਿਆ ਅਦਾਲਤ ਵਿੱਚ ਪੇਸ਼ੀ ਲਈ ਕਿਸੇ ਮਾਮਲੇ 'ਚ? ਮਾਮਲਾ ਉਹੀ ਹੈ ਬੇਅਦਬੀ ਦਾ, ਮਾਮਲਾ ਉਹੀ ਹੈ ਬਾਈਬਲ ਕਲਾਂ ਗੋਲੀकांड ਦਾ, ਮਾਮਲਾ ਉਹੀ ਹੈ ਜਿਹਨੇ ਪੰਜਾਬ ਦੀ ਸੱਤਾ ਨੂੰ ਹੀ ਨਾ ਸਿਰਫ ਉੱਪਰ ਥੱਲੇ ਕਰ ਦਿੱਤਾ ਸੀਗਾ 2017 ਚ, ਬਲਕਿ ਕਹਿੰਦੀ ਕਹਾਉਂਦੀ ਪਾਰਟੀ ਜਿਹੜੀ 10 ਸਾਲ ਸੱਤਾ ਚ ਰਹੀ ਅਕਾਲੀ ਦਲ ਭਾਜਪਾ ਗੱਠਜੋੜ, ਉਹਨੂੰ ਵੀ ਹਾਸ਼ੀਏ ਤੇ ਲਿਆ ਕੇ ਧੱਕ ਦਿੱਤਾ ਸੀਗਾ ਤੇ ਵਿਰੋਧੀ ਧਿਰ ਦੇ ਲੀਡਰ ਤੱਕ ਦਾ ਵੀ ਦਰਜਾ ਜਿਹੜਾ ਉਹ ਨਹੀਂ ਮਿਲਿਆ ਸੀਗਾ। ਬੇਅਦਬੀ ਤੇ ਨਾਲ ਦੀ ਨਾਲ ਗੋਲੀकांड ਮਾਮਲੇ ਦੇ ਵਿੱਚ, ਕਿਉਂਕਿ ਉਹ ਵੀ ਕੇਸ ਬਰਾਬਰ ਚੱਲਦੇ ਪਏ ਆ, ਸਿੱਟ ਦੇ ਮੈਂਬਰ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ, ਅਦਾਲਤ ਦੇ ਵਿੱਚ ਵੀ ਇਹ ਕੇਸ ਨਾਲ ਦੀ ਨਾਲ ਚੱਲਦਾ ਪਿਆ। ਹੁਣ ਹੋਇਆ ਕੀ ਹੈ, ਜਿਹੜਾ ਇੰਸਪੈਕਟਰ ਪ੍ਰਦੀਪ ਹੈ ਉਹਨੇ ਇਹ ਗੱਲ ਕਬੂਲ ਕਰ ਲਈ ਹੈ ਕਿ ਉਹ ਸਰਕਾਰੀ ਗਵਾਹ ਬਣਨ ਨੂੰ ਤਿਆਰ ਆ। ਹੁਣ ਜਦੋਂ ਉਹਨੇ ਸਰਕਾਰੀ ਗਵਾਹ ਬਣਨ ਦੇ ਲਈ ਹਾਮੀ ਭਰੀ ਹੈ ਔਰ ਮੈਜਿਸਟ੍ਰੇਟ ਦੇ ਅੱਗੇ ਬਿਆਨ ਦਿੱਤੇ ਆ, ਉਹ ਸਾਰੇ ਬਿਆਨਾਂ ਦੀ ਜਿਹੜੀ ਕਾਪੀ ਹੈ
ਉਹਨਾਂ ਨੂੰ ਹੈਂਡਓਵਰ ਕਰਨ ਲਈ ਸਿੱਟ ਨੂੰ ਅਸੀਂ ਉਹ ਹੈਂਡਓਵਰ ਕਰ ਦਈਏ ਤੇ ਉਹਦੇ ਵਿੱਚ ਸਿੱਟ ਦੀ ਸਲਾਹ ਲਈ ਜਾਵੇ, ਸਿੱਟ ਦਾ ਪੱਖ ਜਿਹੜਾ ਸੁਣਿਆ ਜਾਵੇ। ਅਦਾਲਤ ਵੱਲੋਂ ਨਿੱਜੀ ਤੌਰ ਤੇ ਪੇਸ਼ ਹੋਣ ਲਈ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੂੰ ਸੱਦਿਆ ਗਿਆ। ਅੱਜ ਅਦਾਲਤ ਦੇ ਵਿੱਚ ਪੇਸ਼ੀ ਹੋਣੀ ਹੈ। ਉੱਥੇ ਕੁੰਵਰ ਵਿਜੇ ਪ੍ਰਤਾਪ ਹੁਰੀ ਜਿਹੜੇ ਆ ਉਹ ਪ੍ਰਦੀਪ ਦੇ ਬਿਆਨਾਂ ਦੀ ਕਾਪੀ ਲੈਣਗੇ, ਕਿਉਂਕਿ ਮਸਲਾ ਇੱਥੇ ਇਕੱਲਾ ਕਾਪੀ ਲੈਣ ਦਾ ਨਹੀਂ ਆ ਮਨਦੀਪ ਜੀ। ਮਸਲਾ ਇੱਥੇ ਥੋੜਾ ਜਿਹਾ ਹੋਰ ਗੁੰਝਲਦਾਰ ਬਣਦਾ ਜਾ ਰਿਹਾ। ਕਿਉਂ ਗੁੰਝਲਦਾਰ ਬਣਦਾ ਜਾ ਰਿਹਾ? ਇੱਕ ਪਾਸੇ ਤਾਂ ਪ੍ਰਦੀਪ ਸਿੰਘ ਸਰਕਾਰੀ ਗਵਾਹ ਬਣਨ ਦੀ ਤਿਆਰੀ ਦੇ ਵਿੱਚ ਹੈ, ਦੂਜੇ ਪਾਸੇ ਸਿੱਟ ਦੇ ਨਾਲ ਗੱਲਬਾਤ ਕੀਤੀ ਜਾਣੀ ਹੈ ਇਸ ਬਾਬਤ, ਤੀਜੇ ਪਾਸੇ ਚਰਨਜੀਤ ਸ਼ਰਮਾ ਜਿਹਨੂੰ ਇਸੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਚਰਨਜੀਤ ਸ਼ਰਮਾ ਨੇ ਪ੍ਰਦੀਪ ਦੇ ਸਰਕਾਰੀ ਗਵਾਹ ਬਣਨ ਦਾ ਵਿਰੋਧ ਕੀਤਾ ਆ। ਉਹ ਕਹਿੰਦੇ ਨਹੀਂ ਹੋਣਾ ਚਾਹੀਦਾ ਏਦਾਂ। ਇਹਦੇ ਨਾਲ ਇੱਕ ਗੱਲ ਹੋਰ ਨੁਕਤਾ ਇਹਦੇ ਵਿੱਚੋਂ ਨਿਕਲ ਕੇ ਸਾਹਮਣੇ ਆਇਆ। ਹੁਣ ਜਿਹੜੀ ਉਹਦੇ ਬਿਆਨ ਦੀ ਨਕਲ ਆ, ਕਾਪੀ ਜਿਹੜੀ ਹੈ, ਉਹ ਬਿਆਨ ਦੀ ਕਾਪੀ ਜਿਹੜੀ ਆ ਉਹ ਸ਼ਿਕਾਇਤਕਰਤਾ ਵੀ ਮੰਗ ਰਹੇ ਆ ਉਹਨਾਂ ਨੂੰ ਦਿੱਤੀ ਜਾਣੀ ਹੈ ਜਾਂ ਨਹੀਂ ਦਿੱਤੀ ਜਾਣੀ। ਕਿਉਂਕਿ ਜਦੋਂ ਉਹ ਕਾਪੀ ਸ਼ਿਕਾਇਤਕਰਤਾ ਕੋਲ ਜਾਏਗੀ, ਸ਼ਿਕਾਇਤਕਰਤਾ ਜੇ ਮੀਡੀਆ ਦੇ ਵਿੱਚ ਲੈ ਕੇ ਆਉਂਦਾ, ਲੋਕਾਂ ਦੇ ਸਾਹਮਣੇ ਲੈ ਕੇ ਆਉਂਦਾ, ਤੇ ਫਿਰ ਪ੍ਰਦੀਪ ਨੇ ਕੀ ਇੰਕਸ਼ਾਫ ਕੀਤੇ ਆ, ਕਿਹਦੇ ਵੱਲ ਉਂਗਲ ਧਰੀ ਹੈ, ਫਿਰ ਉਹ ਜਗਜ਼ਾਰ ਵੀ ਹੋਣਗੀਆਂ ਚੀਜ਼ਾਂ। ਕਿਉਂਕਿ ਅਜੇ ਤੱਕ ਤਾਂ ਢਕੀ ਰਿੱਝਦੀ ਪਈ ਹੈ। ਅਜੇ ਤੱਕ ਤਾਂ ਕਹਿ ਸਕਦੇ ਆ ਕਿ ਭਾਫ ਮਾੜੀ ਜੀ ਨਿਕਲਦੀ ਹੈ ਤੇ ਅੰਦਾਜ਼ੇ ਲਾ ਲਏ ਜਾਂਦੇ। ਅਸੀਂ ਪੱਤਰਕਾਰ ਵੀ ਤਾਂ ਅੰਦਾਜ਼ੇ ਲਾ ਲੈਂਦੇ ਆ ਕਿ ਇੰਨੀ ਕੁ ਭਾਫ ਨਿਕਲੀ ਹੈ ਤੇ ਇਧਰ ਨੂੰ ਜਾਂਦੀ ਪਈ ਹੈ ਜਾਂਚ ਦੀ ਸੂਈ। ਅਜੇ ਤੱਕ ਪੂਰੀ ਤਰ੍ਹਾਂ ਢੱਕਣ ਖੁੱਲਿਆ ਨਹੀਂ ਹੈ। ਹੋ ਸਕਦਾ ਕਿ ਪ੍ਰਦੀਪ ਦਾ ਜਿਹੜਾ ਹਲਫੀਆ ਬਿਆਨ ਹੋਵੇ, ਕਬੂਲਨਾਮਾ ਹੋਵੇ, ਉਹਦੇ ਵਿੱਚ ਕਿਸੇ ਵੱਡੇ ਸਫੇਦਪੋਸ਼ ਦਾ ਨਾਮ ਵੀ ਆਵੇ, ਤੇ ਜੇ ਉਹ ਬਿਆਨ ਬਾਹਰ ਆਉਂਦਾ ਆ ਤੇ ਫਿਰ ਚਰਚਾ ਲਾਜ਼ਮੀ ਤੌਰ ਤੇ ਭਖੇਗੀ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਇਹਨਾਂ ਬੇਅਦਬੀ ਤੇ ਗੋਲੀकांड ਦੇ ਮਾਮਲਿਆਂ ਦੀ। ਹੁਣ ਨਾਲ ਦੀ ਨਾਲ ਇੱਕ ਗੱਲ ਹੋਰ ਇਹਦੇ ਵਿੱਚ ਸ਼ਾਮਲ ਹੋ ਗਈ ਹੈ। ਰੇਸ਼ਮ ਸਿੰਘ, ਜਿਹੜੇ ਦੋ ਨੌਜਵਾਨ ਬਹਿਬਲ ਕਲਾਂ ਗੋਲੀकांड ਦੇ ਵਿੱਚ ਮਾਰੇ ਗਏ ਸੀ ਨਾ, ਉਹਨਾਂ ਦੇ ਵਿੱਚ ਜਿਹੜਾ ਕ੍ਰਿਸ਼ਨ ਭਗਵਾਨ ਸੀਗਾ ਉਹਦਾ ਭਰਾ ਰੇਸ਼ਮ ਸਿੰਘ, ਉਹਨੇ ਵੀ ਅਦਾਲਤ ਦੇ ਵਿੱਚ ਇੱਕ ਅਰਜ਼ੀ ਦੇਤੀ ਆ। ਉਹ ਕਹਿੰਦੇ ਮੈਂ ਵੀ ਗਵਾਹ ਆ, ਚਸ਼ਮਦੀਦ ਗਵਾਹ ਆ ਗੋਲੀकांड ਦਾ, ਤੇ ਮੇਰੀ ਗਵਾਹੀ ਨੂੰ ਵੀ ਵਿੱਚ ਸ਼ਾਮਲ ਕਰੋ। ਕਿਉਂਕਿ 2017 ਦੇ ਵਿੱਚ ਜਦੋਂ ਗਵਾਹੀਆਂ ਲਈਆਂ ਗਈਆਂ ਸੀ, ਮੇਰੀ ਗਵਾਹੀ ਦਰਜ ਕੀਤੀ ਗਈ ਸੀ, ਪਰ ਮੈਨੂੰ ਤਵੱਜੋ ਨਹੀਂ ਦਿੱਤੀ ਗਈ, ਧਿਆਨ ਨਹੀਂ ਦਿੱਤਾ ਗਿਆ ਮੇਰੀ ਗਵਾਹੀ ਵੱਲ ਪੁਲਿਸ ਵਾਲਿਆਂ ਵੱਲੋਂ। ਸੋ ਇਸ ਕਰਕੇ ਉਹ ਕਹਿੰਦੇ ਮੇਰੀ ਗਵਾਹੀ ਨੂੰ ਵੀ ਜਿਹੜਾ ਆ ਉਹ ਨਾਲ ਅਟੈਚ ਕੀਤਾ ਜਾਵੇ। ਹੁਣ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਰਲਗੱਡ ਹੋ ਕੇ, ਇਕੱਠੀਆਂ ਹੋ ਕੇ ਇੱਕ ਜਗ੍ਹਾ ਤੇ ਆਣ ਕੇ ਅੱਜ ਅਦਾਲਤ ਦੇ ਵਿੱਚ ਜਿਹੜੀਆਂ ਉਹ ਰੱਖੀਆਂ ਜਾਣੀਆਂ। ਹੁਣ ਨਕਲ ਕਿਹਨੂੰ ਮਿਲਦੀ ਹੈ? ਉਸ ਬਿਆਨ ਦੇ ਵਿੱਚ ਪ੍ਰਦੀਪ ਸਿੰਘ ਕੀ ਇੰਕਸ਼ਾਫ ਕਰਦਾ ਆ, ਕੀ ਕਬੂਲਨਾਮਾ ਦਿੰਦਾ ਆ, ਕਿਹਦੇ ਵੱਲ ਉਂਗਲ ਧਰਦਾ ਆ, ਤੇ ਕਾਪੀ ਕੀ ਸ਼ਿਕਾਇਤਕਰਤਾ ਨੂੰ ਮਿਲਦੀ ਹੈ ਜਾਂ ਨਹੀਂ ਮਿਲਦੀ। ਇਹ ਸਾਰੇ ਸਵਾਲਾਂ ਦਾ ਜਵਾਬ ਅਦਾਲਤ ਦੀ ਸੁਣਵਾਈ ਦੇ ਵਿੱਚ ਮਿਲ ਜਾਏਗਾ। ਪਰ ਘੱਟੋ ਘੱਟ ਇੱਕ ਗੱਲ ਜ਼ਰੂਰ ਕਹੀ ਜਾ ਸਕਦੀ ਹੈ ਕਿ ਹਿਲਜੁਲ ਇੱਕ ਵਾਰ ਫੇਰ ਹੋਣੀ ਸ਼ੁਰੂ ਹੋ ਗਈ ਹੈ ਬੇਅਦਬੀ ਦੇ ਮਾਮਲਿਆਂ ਦੇ ਵਿੱਚ, ਕਿਉਂਕਿ ਪਿਛਲੇ ਕੁਝ ਸਮੇਂ ਤੋਂ ਇੱਕ ਚੁੱਪ ਚਾਂਦ ਜਿਹੜੀ ਆ ਉਹ ਛਾਈ ਹੋਈ ਸੀਗੀ ਤੇ ਦੁਬਾਰਾ ਫਿਰ ਹਿਲਜੁਲ ਹੋ ਰਹੀ ਹੈ। ਹੁਣ ਦੇਖਦੇ ਹਾਂ ਇਹਦੇ ਵਿੱਚੋਂ ਕੀ ਨਿਕਲ ਕੇ ਆਉਂਦਾ, ਪਰ ਉਮੀਦ ਇਸ ਗੱਲ ਦੇ ਲਈ ਅਸੀਂ ਕਰਦੇ ਹਾਂ ਕਿ ਘੱਟੋ ਘੱਟ ਹੁਣ ਜ਼ਰੂਰ ਇਸ ਮਾਮਲੇ ਦਾ ਕੋਈ ਸਿਰਾ ਬੰਨਾ ਮਿਲਦਾ ਨਜ਼ਰ ਆਏਗਾ, ਕੋਈ ਹੱਲ ਨਿਕਲ ਜਾਏਗਾ। ਕਿਉਂਕਿ ਨਹੀਂ ਤਾਂ ਸ਼ੰਕੇ ਇਸੇ ਗੱਲ ਦੇ ਰਹਿੰਦੇ ਆ ਕਿ ਭਾਈ 2022 ਫਿਰ ਨੇੜੇ ਆ ਗਿਆ ਤੇ ਇੱਕ ਵਾਰ ਫਿਰ ਇਸ ਮਸਲੇ ਨੂੰ ਉਭਾਰ ਕੇ, ਹਿਲਾ ਕੇ ਤੇ ਲੋਕਾਂ ਦੀ ਚਰਚਾ ਦੇ ਵਿੱਚ ਲਿਆ ਕੇ 2022 ਦੇ ਵਿੱਚ ਇਸੇ ਨੂੰ ਚੁਣਾਵੀ ਮੁੱਦਾ ਬਣਾ ਕੇ ਤੇ ਦੁਬਾਰਾ ਫਿਰ ਚੋਣ ਲੜਨ ਦੀ ਤਿਆਰੀ ਕਿਤੇ ਕੀਤੀ ਤਾਂ ਨਹੀਂ ਜਾ ਰਹੀ। ਇਹ ਸ਼ੰਕੇ ਸਾਡੇ, ਮੈਂ ਤਾਂ ਕਹਿੰਦਾ ਕਿ ਝੂਠ ਸਾਬਤ ਹੋਣ, ਇਨਸਾਫ ਮਿਲੇ, ਜਿਹੜੇ ਸਫੇਦਪੋਸ਼ ਸੀਗੇ ਜਾਂ ਕੋਈ ਹੋਰ ਸੀਗੇ ਬੇਅਦਬੀ ਦੇ ਮਾਮਲੇ ਦੇ ਵਿੱਚ ਤੇ ਗੋਲੀकांड ਦੇ ਮਾਮਲੇ ਦੇ ਵਿੱਚ, ਉਹ ਸਾਰੇ ਨੰਗੇ ਹੋਣ ਤੇ ਉਹਨਾਂ ਨੂੰ ਸਜ਼ਾਵਾਂ ਮਿਲਣ। ਜੀ ਵੈਸੇ ਜਸਵੀਰ ਜੀ, ਕਮਾਲ ਦੀ ਗੱਲ ਇਹ ਹੈ ਕਿ ਚਾਹੇ ਦੁਨੀਆ ਇੱਧਰ ਦੀ ਉੱਧਰ ਹੋ ਜਾਏ, ਪਰ ਮਸਲਾ ਅਸੀਂ ਕੋਈ ਵੀ ਖੋਲੀਏ, ਜਿਹਦੀ ਮਰਜ਼ੀ ਅਸੀਂ ਚੀੜ-ਫਾੜ ਕਰ ਲਈਏ, ਗੱਲ ਘੁੰਮ ਘੁਮਾ ਕੇ ਚੋਣਾਂ, ਵੋਟਾਂ, ਸਿਆਸਤ ਉੱਥੇ ਜਾ ਕੇ ਨਿਕਲਦੀ ਹੈ। ਸਥਿਤੀਆਂ ਬਿਲਕੁਲ ਇਦਾਂ ਦੀਆਂ ਹੋਈਆਂ ਨੇ। ਸਾਡੇ ਤਾਂ ਸਿਸਟਮ ਹੀ ਇਹੋ ਜਿਹਾ ਨਾ, ਸਾਡੇ ਤਾਂ ਜਾਂਚ ਏਜੰਸੀਆਂ ਦੇ ਉੱਤੇ ਵੀ ਪ੍ਰਸ਼ਨ ਚਿੰਨ੍ਹ ਇਦਾਂ ਦੇ ਲੱਗਦੇ ਆ ਕਿ CBI ਦਾ ਵੀ ਇਸਤੇਮਾਲ ਉਦੋਂ ਕਰਨਾ ਹੁੰਦਾ ਆ ਜਦੋਂ ਕਿਸੇ ਵਿਰੋਧੀ ਨੂੰ ਡਰਾਉਣਾ ਹੋਵੇ। ਜੇ ਥੋੜਾ ਜਿਹਾ ਸਿਰ ਚੱਕਦਾ ਆ, ਚੋਣਾਂ ਆਉਣ ਵਾਲੀਆਂ, ਤੇ ਚਲੋ ਉਹਦੇ ਤੇ CBI ਦੇ ਛਾਪੇ ਪਵਾ ਲਓ, ਏਜੰਸੀਆਂ ਜਿਹੜੀਆਂ ਉਹਦੇ ਮਗਰ ਲਾ ਦਿਓ। ਬਹੁਤ ਕੁਝ ਹੋ ਰਿਹਾ। ਇੱਥੇ ਤਾਂ ਸੁਪਰੀਮ ਕੋਰਟ ਕਹਿ ਦਿੰਦੀ ਹੈ ਕਿ CBI ਜਿਹੜਾ ਹੈ ਇੱਕ ਤੋਤਾ ਬਣਾ ਕੇ ਰੱਖਿਆ ਹੋਇਆ, ਤੁਸੀਂ ਜਿਹਨੂੰ ਜਿੱਦਾਂ ਮਰਜ਼ੀ ਇਸਤੇਮਾਲ ਕਰ ਦਿਓ। ਸੋ ਇਸ ਕਰਕੇ ਇਹ ਲਗਭਗ ਸਾਡੇ ਸਿਸਟਮ ਦਾ ਹਿੱਸਾ ਇਹ ਚੀਜ਼ਾਂ ਬਣ ਚੁੱਕੀਆਂ ਨੇ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ। ਪਰ ਮਨਦੀਪ ਜੀ, ਇੱਕ ਉਮੀਦ ਜ਼ਰੂਰ ਰੱਖਦੇ ਹੁੰਦੇ, ਅਸੀਂ ਇੱਕ ਉਮੀਦ ਵੀ ਰੱਖਦੇ ਹਾਂ ਤੇ ਇਸ ਗੱਲ ਦੇ ਵਿੱਚ ਵਿਸ਼ਵਾਸ ਵੀ ਰੱਖਦੇ ਹਾਂ ਕਿ ਘੱਟੋ ਘੱਟ ਬਹੁਤ ਸਾਰੇ ਵਿਕਸਿਤ ਮੁਲਕ ਇਹੋ ਜਿਹੇ ਹੈਗੇ ਨੇ ਜਿੱਥੇ ਸਿਸਟਮ ਸਹੀ ਤਰੀਕੇ ਨਾਲ ਕੰਮ ਕਰਦਾ। ਪਰ ਜਦੋਂ ਉੱਥੇ ਦੀਆਂ ਖਬਰਾਂ ਮੈਂ ਹੁਣ ਪੜ੍ਹਦਾ ਹਾਂ
ਤੇ ਸਥਿਤੀਆਂ ਮੈਨੂੰ ਉੱਥੇ ਵੀ ਕੋਈ ਵੱਖਰੀਆਂ ਨਹੀਂ ਲੱਗਦੀਆਂ। ਮੈਨੂੰ ਪਤਾ ਲੱਗਾ ਕਿ ਚੁਣਾਵੀ ਮਾਹੌਲ ਤਾਂ ਹੁਣ ਅਮਰੀਕਾ ਦੇ ਵਿੱਚ ਵੀ ਹੈਗਾ ਹੈ ਨਾ, ਨਵੰਬਰ ਮਹੀਨੇ ਦੇ ਵਿੱਚ ਉੱਥੇ ਵੀ ਰਾਸ਼ਟਰਪਤੀ ਦੀਆਂ ਚੋਣਾਂ ਹੋਣੀਆਂ ਤੇ ਬਹਿਸ ਮੁਸਾਬੇ ਉੱਥੇ ਵੀ ਵਾਹਵਾ ਹੋ ਰਿਹਾ। ਟਰੰਪ ਸਾਹਿਬ ਪੱਤਰਕਾਰਾਂ ਦੇ ਨਾਲ ਕਹਿੰਦੇ ਖਹਿਬੜ ਰਹੇ ਆ ਨਹੀਂ ਦਿਨੀ। ਅਸਲ 'ਚ ਜਦੋਂ ਤੇ ਟਰੰਪ ਸਾਹਿਬ ਖਾਸ ਕਰਕੇ ਪਿਛਲੇ 3 ਸਾਲ ਤੋਂ ਮੀਡੀਆ ਦੇ ਖਿਲਾਫ ਬਹੁਤ ਜ਼ਿਆਦਾ ਹੋਏ ਆ। ਮੇਰੇ ਖਿਆਲ ਨਾਲ ਅਮਰੀਕਾ ਦੇ ਇਤਿਹਾਸ 'ਚ ਕੋਈ ਸ਼ਾਇਦ ਇਹੋ ਜਿਹਾ ਰਾਸ਼ਟਰਪਤੀ ਹੋਊਗਾ ਜਿਹੜਾ ਆਪਣੀ ਸੋਸ਼ਲ ਮੀਡੀਆ ਅਕਾਊਂਟਸ ਤੇ ਖਾਸ ਕਰਕੇ ਫੇਸਬੁੱਕ ਤੇ ਟਵਿੱਟਰ ਤੇ ਕਦੇ ਕਿਸੇ ਪੱਤਰਕਾਰ ਨੂੰ ਉਹ ਜਾਲੀ ਕਹਿ ਦਿੰਦਾ, ਕਦੇ ਕਿਸੇ ਮੀਡੀਆ ਅਦਾਰੇ ਨੂੰ ਕਹਿ ਦਿੰਦਾ ਜੀ ਇਹ ਵਿਕੇ ਹੋਏ ਆ, ਕਦੇ ਕਿਸੇ ਪੱਤਰਕਾਰ ਨੂੰ ਟੈਗ ਕਰਕੇ ਬਈ ਇਹ ਪੱਤਰਕਾਰ ਝੂਠਾ ਆ। ਮੇਰੇ ਖਿਆਲ ਨਾਲ ਬਾਏ ਨੇਮ ਪੱਤਰਕਾਰਾਂ ਦਾ ਨਾਂ ਲੈ ਕੇ, ਮੀਡੀਆ ਅਦਾਰਿਆਂ ਦਾ ਲੈ ਕੇ ਸ਼ਾਇਦ ਬਹੁਤ ਘੱਟ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਹੋਣਗੀਆਂ ਅਮਰੀਕਾ ਵਿੱਚ। ਔਰ ਸਭ ਤੋਂ ਵੱਡੀ ਗੱਲ ਹੈ ਕਿ ਬਹੁਤ ਵਾਰੀ ਪ੍ਰੈਸ ਕਾਨਫਰੰਸ ਚੱਲਦੀ 'ਚ ਪੱਤਰਕਾਰਾਂ ਨਾਲ ਉਹਨਾਂ ਦੀ ਬਹਿਸ ਵੀ ਹੋਈ ਹੈ। ਸੋ ਅੱਜ ਦਾ ਇੱਕ ਤਾਜ਼ਾ ਮਾਮਲਾ ਇਦਾਂ ਦਾ ਹੀ ਕਿ ਕਿਉਂਕਿ ਟਰੰਪ ਸਾਹਿਬ ਨੇ ਖੁਦ ਕਦੇ ਮਾਸਕ ਪਾਇਆ ਨਹੀਂ, ਬਹੁਤ ਘੱਟ ਮੌਕੇ ਆਏ ਆ, 1-2 ਵਾਰੀ ਉਹਨਾਂ ਨੇ ਮਾਸਕ ਪਾਇਆ, ਬੜੀ ਚਰਚਾ ਹੋਈ ਸੀ ਕਿ ਆਖਰਕਾਰ ਟਰੰਪ ਹੋਣਾ ਨੇ ਮਾਸਕ ਪਾ ਲਿਆ। ਪਰ ਅੱਜ ਇੱਕ ਤਾਜ਼ੀ ਘਟਨਾ ਇਹ ਵਾਪਰੀ ਹੈ ਕਿ ਪ੍ਰੈਸ ਕਾਨਫਰੰਸ ਚੱਲ ਰਹੀ ਸੀ ਤਾਂ ਇੱਕ ਪੱਤਰਕਾਰ ਨੇ ਮਾਸਕ ਪਾਇਆ ਹੋਇਆ ਸੀ। ਜਦੋਂ ਮਾਸਕ ਪਾ ਕੇ ਉਹ ਕੁਐਸਚਨ ਪੁੱਛਣ ਲੱਗਾ ਟਰੰਪ ਸਾਹਿਬ ਨੂੰ ਤਾਂ ਟਰੰਪ ਸਾਹਿਬ ਕਹਿੰਦੇ ਵੀ ਪਹਿਲਾਂ ਆਪਣਾ ਮਾਸਕ ਲਾ। ਔਰ ਦੇਸ਼ ਦਾ ਰਾਸ਼ਟਰਪਤੀ ਸਾਹਮਣੇ ਖੜਾ ਸੀ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਇੱਕ ਮਹਾਸ਼ਕਤੀ ਦਾ ਸਭ ਤੋਂ ਸ਼ਕਤੀਸ਼ਾਲੀ ਨੇਤਾ ਸਾਹਮਣੇ ਖੜਾ ਸੀ, ਔਰ ਜਿਹਦਾ ਸੁਭਾਅ ਵੀ ਇੰਨਾ ਕੱਬਾ, ਵੈਸੇ ਹੀ ਇੰਨਾ ਕੱਬਾ ਸੁਭਾਅ ਜਾਣਿਆ ਜਾਂਦਾ। ਆਪਾਂ ਤਾਂ ਪੰਜਾਬੀ ਉਹਨਾਂ ਨੂੰ ਸਰਪੰਚ ਸਾਹਿਬ ਕਹਿੰਦੇ ਆ ਉਹਨਾਂ ਦਾ ਸੁਭਾਅ ਦੇਖ ਕੇ। ਸੋ ਉਹ ਰਾਸ਼ਟਰਪਤੀ ਸਾਹਿਬ ਕਹਿ ਰਹੇ ਕਿ ਵਾਰ-ਵਾਰ ਵੀ ਤੂੰ ਆਪਣਾ ਮਾਸਕ ਲਾ ਕੇ ਰੱਖ ਦੇ ਤੇ ਫਿਰ ਗੱਲ ਕਰ। ਪਰ ਉਸ ਪੱਤਰਕਾਰ ਨੇ ਆਪਣਾ ਮਾਸਕ ਨਹੀਂ ਲਾਇਆ। ਉਹਨੇ ਕਿਹਾ ਵੀ ਮੈਂ ਹੋਰ ਉੱਚੀ ਬੋਲ ਲੈਂਦਾ ਆ ਤੇ ਤੁਸੀਂ ਮੇਰੀ ਗੱਲ ਦਾ ਜਵਾਬ ਦਿਓ ਜੇ ਤੁਹਾਨੂੰ ਸਮਝ ਨਹੀਂ ਲੱਗਦੀ। ਪੱਤਰਕਾਰ ਨੇ ਥੋੜਾ ਹੋਰ ਉੱਚੀ ਬੋਲ ਕੇ ਕੋਸ਼ਿਸ਼ ਕੀਤੀ ਗੱਲ ਕਰਨ ਦੀ। ਟਰੰਪ ਸਾਹਿਬ ਨੂੰ ਕਦੇ ਕਿਹਾ ਵੀ ਸਮਝ ਆ ਰਹੀ ਹੈ, ਕਦੇ ਕਿਹਾ ਨਹੀਂ ਆ ਰਹੀ। ਉਸ ਪੱਤਰਕਾਰ ਦੀ ਗੱਲ ਦਾ ਜਿਹੜਾ ਵਾ ਉਹਨਾਂ ਨੇ ਹਾਲ ਨਾਲ ਜਵਾਬ ਨਹੀਂ ਦਿੱਤਾ। ਪਰ ਪੱਤਰਕਾਰ ਦੀ ਇੱਥੇ ਤਾਰੀਫ ਇਹ ਹੋ ਰਹੀ ਹੈ ਕਿ ਉਹ ਆਪਣੇ ਸਟੈਂਡ ਤੇ ਅੜਿਆ ਰਿਹਾ ਅਤੇ ਉਸਨੇ ਆਪਣਾ ਮਾਸਕ, ਰਾਸ਼ਟਰਪਤੀ ਕਹਿ ਰਿਹਾ ਅਮਰੀਕਾ ਦਾ ਕਿ ਆਪਣਾ ਮਾਸਕ ਲਾ ਦੇ, ਪਰ ਉਸ ਬੰਦੇ ਨੇ ਆਪਣਾ ਮਾਸਕ ਨਹੀਂ ਲਾਇਆ। ਸੋ ਮੈਨੂੰ ਲੱਗਦਾ ਕਿ ਤੁਹਾਡਾ ਚਿਹਰਾ ਦੇਖ ਕੇ ਕਿ ਤੁਸੀਂ ਇਸ ਗੱਲ ਤੇ ਜ਼ਰੂਰ ਕੋਈ ਟਿੱਪਣੀ ਕਰਨਾ ਚਾਹੁੰਦੇ ਆ। ਮੈਨੂੰ ਨਾ ਇਸ ਗੱਲ ਦੀ ਮਨਦੀਪ ਜੀ ਹੈਰਾਨੀ ਹੁੰਦੀ ਹੈ ਕਿ ਚਲੋ ਘੱਟੋ ਘੱਟ ਅਸੀਂ ਬਹੁਤ ਸਾਰੇ ਇਲਜ਼ਾਮ ਲਾਉਂਦੇ ਹਾਂ ਅਮਰੀਕਾ ਦੇ ਉੱਤੇ ਕਿ ਜਿੱਦਾਂ ਤੁਸੀਂ ਕਹਿੰਦਾ ਸਰਪੰਚ, ਇਹ ਸਰਪੰਚ ਕਈ ਵਾਰੀ ਖੜਪੈਂਚ ਵੀ ਬਣ ਜਾਂਦਾ ਹੈ ਤੇ ਕਈ ਵਾਰੀ ਇਹਨੇ ਇਦਾਂ ਦੀਆਂ ਗੱਲਾਂ ਵੀ ਕੀਤੀਆਂ ਨੇ। ਅਮਰੀਕਾ ਦੇ ਵੱਖਰੇ ਵੱਖਰੇ ਰਾਸ਼ਟਰਪਤੀ ਰਹੇ ਆ, ਉਹਨਾਂ ਨੇ ਵੀ ਉਸੇ ਸਰਪੰਚੀ ਦੀ ਪਗੜੀ ਦੇ ਹੇਠਾਂ ਇਦਾਂ ਦੇ ਕੰਮ ਵੀ ਕੀਤੇ ਜਿਹੜੇ ਵਿਸ਼ਵ ਭਰ ਦੇ ਵਿੱਚ ਨਿੰਦੇ ਵੀ ਗਏ ਆ ਕਿ ਸ਼ਾਇਦ ਇਹ ਕਰਨ ਦੀ ਜ਼ਰੂਰਤ ਨਹੀਂ ਸੀ, ਜਾਣ ਬੁੱਝ ਕੇ ਸਾਰਾ ਕੁਝ ਕੀਤਾ ਗਿਆ ਆਪਣੇ ਜਿਹੜੇ ਮੁਫਾਦਾਂ ਦੇ ਲਈ। ਪਰ ਘੱਟੋ ਘੱਟ ਜੇ ਮੀਡੀਆ ਇਸ ਤਰੀਕੇ ਨਾਲ ਆਪਣੇ ਸਟੈਂਡ ਤੇ ਕਾਇਮ ਰਹਿੰਦਾ, ਜੇ ਮੀਡੀਆ ਇਸ ਤਰੀਕੇ ਨਾਲ ਕਹਿੰਦਾ ਕਿ ਨਹੀਂ ਮਾਸਕ ਨਹੀਂ ਉਤਾਰਨਾ, ਮੈਂ ਉੱਚੀ ਬੋਲ ਕੇ ਮੀਡੀਆ ਪਰਸਨ ਕਹਿੰਦਾ ਕਿ ਗੱਲ ਕਰ ਲੂੰਗਾ, ਪਰ ਮੈਂ ਭਾਵੇਂ ਰਾਸ਼ਟਰਪਤੀ ਹੈ ਤੇ ਭਾਵੇਂ ਕੋਈ ਵੀ ਹੈ, ਮੈਂ ਆਪਣੇ ਜਿਹੜੇ ਨਿਯਮ ਹੈ ਉਹਨਾਂ ਤੋਂ ਕਿਨਾਰੇ ਤੇ ਨਹੀਂ ਹਟਣਾ। ਉੱਥੇ ਇੰਨਾ ਕੁ ਗੜਸ ਰੱਖਦੇ ਨੇ। ਇੱਥੇ ਕੁਝ ਕੁ ਪੱਤਰਕਾਰ, ਸਾਰਿਆਂ ਨੂੰ ਨਹੀਂ ਮੈਂ ਕਹਿੰਦਾ, ਕੁਝ ਕੁ ਪੱਤਰਕਾਰ ਇਦਾਂ ਦੇ ਜ਼ਰੂਰ ਹੈਗੇ ਕਿ ਜੇ ਇੱਥੇ ਕੋਈ ਵੱਡਾ ਲੀਡਰ ਜਿਹੜਾ ਆ, ਉਹ ਤਾਂ ਚਲੋ ਰਾਸ਼ਟਰਪਤੀ ਹੈ, ਇੱਥੇ ਕੋਈ ਵੱਡਾ ਲੀਡਰ ਸੱਤਾ ਧਿਰ ਦੇ ਨਾਲ ਜੁੜਿਆ ਹੋਇਆ ਮਾੜਾ ਜਿਹਾ ਕੋਈ ਇਦਾਂ ਦੀ ਗੱਲ ਕਹਿ ਦੇਵੇ, ਇੱਥੇ ਤਾਂ ਕੱਪੜੇ ਲਾਉਣ ਨੂੰ ਤਿਆਰ ਹੋ ਜਾਂਦੇ ਆ ਵੀ ਮਾਸਕ ਕੀ ਭਾਈ, ਮੈਂ ਤਾਂ ਝੱਗਾ ਵੀ ਲਾ ਕੇ ਰੱਖ ਦਿੰਦਾ, ਕੋਈ ਗੱਲ ਨਹੀਂ, ਤੁਸੀਂ ਕਹਿਣ ਵਾਲੇ ਬਣੋ, ਸਾਨੂੰ ਇੱਕ ਵਾਰੀ ਹੁਕਮ ਕਰੋ, ਤੁਹਾਡੇ ਹੁਕਮ ਨੂੰ ਅਸੀਂ ਇਨ ਬਿਨ ਵਜਾਵਾਂਗੇ। ਸੋ ਮਸਲਾ ਇਹੀ ਹੈ ਕਿ ਤੁਹਾਡੀਆਂ ਐਥਿਕਸ ਕੀ ਨੇ, ਤੁਹਾਡੇ ਫਰਜ਼ ਕੀ ਨੇ ਤੇ ਸਹੀ ਮਾਇਨਿਆਂ ਦੇ ਵਿੱਚ ਪੱਤਰਕਾਰ ਹੋਣਾ ਕੀ ਹੁੰਦਾ ਆ। ਇਹ ਮੈਨੂੰ ਲੱਗਦਾ ਕਿ ਇਸ ਘਟਨਾ ਤੋਂ ਸਿੱਖਿਆ ਜਾ ਸਕਦਾ। ਪਰ ਬਾਵਜੂਦ ਇਸ ਦੇ ਮਨਦੀਪ ਜੀ ਇੱਕ ਗੱਲ ਜ਼ਰੂਰ ਹੈ, ਮੈਨੂੰ ਪਤਾ ਲੱਗਾ ਕਿ ਇਹ ਖੈਬੜਨ ਵਾਲਾ ਜਿਹੜਾ ਰਾਸ਼ਟਰਪਤੀ ਹੈ ਉਹਨੂੰ ਸ਼ਾਂਤੀ ਪੁਰਸਕਾਰ ਦੇਣ ਦੇ ਲਈ ਨੋਮੀਨੇਟ ਕੀਤਾ ਗਿਆ ਜੀ। ਤੁਹਾਨੂੰ ਪਤਾ ਕਿ ਲੀਡਰ ਕਿਹੋ ਜਿਹਾ ਵੀ ਹੋਵੇ ਉਹਦੇ ਸਮਰਥਕਾਂ ਦੀ ਕੋਈ ਘਾਟ ਨਹੀਂ ਹੁੰਦੀ, ਨਾ ਹੀ ਭਗਤਾਂ ਦੀ ਘਾਟ ਹੁੰਦੀ ਹੈ। ਕਿਸਮਾਂ ਇੱਥੇ ਵੀ ਪਾਈਆਂ ਜਾਂਦੀਆਂ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਉਹਨਾਂ ਨੂੰ ਅਗਲੇ ਸਾਲ 2021 ਲਈ ਜਿਹੜਾ ਨੋਬਲ ਪੀਸ ਪ੍ਰਾਈਜ਼ ਆ ਉਹਦੇ ਲਈ ਕਿਹਾ ਗਿਆ ਕਿ ਉਹਦੇ ਲਈ ਉਹਨਾਂ ਨੂੰ ਅੱਗੇ ਕੀਤਾ ਜਾਵੇ। ਸੋ ਜਿਹੜਾ ਤਰਕ ਦਿੱਤਾ ਗਿਆ ਇਹਦੇ ਲਈ ਉਹ ਉਸ ਸਿਆਸਤਦਾਨ ਵੱਲੋਂ ਜਿਹਨੇ ਇਹ ਮੰਗ ਰੱਖੀ ਆ, ਉਹਨੇ ਕਿਹਾ ਕਿ ਇਜ਼ਰਾਈਲ ਅਤੇ ਜਿਹੜਾ ਯੂਨਾਈਟਿਡ ਅਰਬ ਦੁਬਈ ਆ ਉਹਦੇ ਵਿੱਚ ਇੱਕ ਜਿਹੜਾ ਸਮਝੌਤਾ ਹੋਇਆ ਜਿਹੜਾ ਕਿ ਮਿਡਲ ਈਸਟ ਨੂੰ ਇੱਕ ਏਸ਼ੀਆ ਸ਼ਾਂਤੀ ਪ੍ਰਦਾਨ ਕਰੇਗਾ, ਔਰ ਬਹੁਤ ਵੱਡਾ ਸਮਝੌਤਾ ਉਹਨੂੰ ਦੱਸਿਆ ਗਿਆ। ਉਸ ਸਮਝੌਤੇ ਦੇ ਆਧਾਰ ਤੇ ਨੋਬਲ ਪ੍ਰਾਈਜ਼ ਦੀ ਮੰਗ ਕੀਤੀ ਜਾ ਰਹੀ ਹੈ ਕਿ ਉਸ ਖਿੱਤੇ ਵਿੱਚ ਜਿਹੜੀ ਆ ਸ਼ਾਂਤੀ ਫੈਲੇਗੀ। ਹਾਲਾਂਕਿ ਜੇ ਅਸੀਂ ਦੇਖੀਏ ਤਾਂ ਇਸ ਵਕਤ ਟਰੰਪ ਉਹਨਾਂ ਦੇ ਰਾਜ 'ਚ ਸਭ ਤੋਂ ਵੱਧ ਅਸ਼ਾਂਤੀ ਫੈਲੀ ਹੋਈ ਹੈ ਤਾਂ ਉਹਨਾਂ ਦੇ ਆਪਣੇ ਮੁਲਕ ਵਿੱਚ ਫੈਲੀ ਹੋਈ ਆ। ਹਰ ਰੋਜ਼ ਅਮਰੀਕਾ ਵਿੱਚ ਝੜਪਾਂ ਹੋ ਰਹੀਆਂ ਨੇ, ਹਿੰਸਾ ਹੋ ਰਹੀ ਹੈ, ਇਮਾਰਤਾਂ ਸਾੜੀਆਂ ਜਾ ਰਹੀਆਂ ਨੇ, ਵਾਹਨਾਂ ਨੂੰ ਅੱਗ ਲਾਈ ਜਾ ਰਹੀ ਆ,
ਇੱਥੋਂ ਤੱਕ ਕਿ ਸੜਕਾਂ ਤੇ ਗੋਲੀ ਚੱਲਣ ਕਾਰਨ ਮੌਤਾਂ ਵੀ ਹੋਈਆਂ। ਔਰ ਇਸ ਹਿੰਸਾ ਵਿੱਚ ਇੱਕ 17 ਸਾਲ ਦੇ ਮੁੰਡੇ ਹੱਥੋਂ 2 ਮੌਤਾਂ ਵੀ ਹੋ ਗਈਆਂ ਗੋਲੀ ਚੱਲਣ ਕਰਕੇ। ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ। ਬਹੁਤ ਸਾਰੇ ਲੋਕਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਸੁੱਟਿਆ ਗਿਆ। ਭਾਈਚਾਰਾ ਜਿਹੜਾ ਇੱਕ ਪੋਲ ਸਰਵੇ ਹੋਇਆ ਸੀ, ਉਹ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਅਮਰੀਕਾ ਦੇ ਵਿੱਚ ਪਹਿਲਾਂ ਕਿਤੇ ਵੀ ਇੰਨੀ ਜ਼ਿਆਦਾ ਸਮਾਜ 'ਚ ਵੰਡੀ ਨਹੀਂ ਪਈ ਜਿੰਨੀ ਇਸ ਵਕਤ ਪਾਈ ਹੋਈ ਆ। ਸੋ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਆ ਇਸ ਵਕਤ ਅਮਰੀਕਾ ਵਿੱਚ ਬਣੇ ਹੋਏ ਨੇ। ਸੋ ਕਿਸੇ ਹੋਰ ਮੁਲਕ ਦਾ ਸਮਝੌਤਾ ਕਰਾਉਣ ਦੇ ਬਦਲੇ ਉਹਨਾਂ ਲਈ ਸ਼ਾਂਤੀ ਪੁਰਸਕਾਰ ਦੀ ਮੰਗ ਕੀਤੀ ਜਾ ਰਹੀ ਆ। ਸੋ ਦੇਖਣਾ ਇਹ ਬਣਦਾ ਕਿ ਜਦੋਂ ਜਿਨ੍ਹਾਂ ਨੇ ਇਹ ਪੁਰਸਕਾਰ ਦੇਣਾ, ਜਿਨ੍ਹਾਂ ਨੇ ਇਹ ਫੈਸਲਾ ਕਰਨਾ, ਜਦੋਂ ਉਹਨਾਂ ਅੱਗੇ ਮੰਗ ਜਾਊਗੀ ਤਾਂ ਉਹ ਕਿਸ ਤਰ੍ਹਾਂ ਇਸ ਮਾਮਲੇ ਤੇ ਰਿਐਕਟ ਕਰਦੇ ਆ। ਬਿਲਕੁਲ, ਇਹ ਦੇਖਣ ਵਾਲੀ ਗੱਲ ਹੋਏਗੀ ਕਿ ਸ਼ਾਂਤੀ ਪੁਰਸਕਾਰ ਜਿਹੜਾ ਆ ਉਹ ਡੋਨਾਲਡ ਟਰੰਪ ਨੂੰ ਮਿਲਦਾ ਆ ਜਾਂ ਨਹੀਂ ਮਿਲਦਾ। ਮੇਰਾ ਖਿਆਲ ਹੈ ਕਿ ਉਸ ਸ਼ਾਂਤੀ ਪੁਰਸਕਾਰ ਤੋਂ ਪਹਿਲਾਂ ਤਾਂ ਜਿਹੜਾ ਆ ਨਵੰਬਰ ਮਹੀਨੇ ਰਾਸ਼ਟਰਪਤੀ ਦੀ ਚੋਣ ਹੋਣੀ ਆ, ਉਹਦੇ ਵਿੱਚ ਹੀ ਆਪਣੇ ਆਪ ਨੂੰ ਪਹਿਲਾਂ ਸਾਬਤ ਕਰਨਾ ਪਏਗਾ ਟਰੰਪ ਹੋਰਾਂ ਨੂੰ। ਉੱਥੇ ਸਾਬਤ ਕਰਨਗੇ ਤੇ ਇਹ ਸ਼ਾਂਤੀ ਪੁਰਸਕਾਰ, ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਉਹਨਾਂ ਦੇ ਮੁਤਾਬਕ ਹੋ ਸਕਦਾ ਹੈ ਕਿ ਉਹ ਬਾਅਦ 'ਚ ਜੀ। ਵੱਖਰੀਆਂ ਹੀ ਲੱਗਣ। ਸੋ ਇਸ ਕਰਕੇ ਸਥਿਤੀਆਂ ਕਹਿ ਸਕਦੇ ਕਿ ਆਉਣ ਵਾਲੇ ਦਿਨਾਂ 'ਚ ਬਹੁਤ ਦਿਲਚਸਪ ਦੇਖਣ ਨੂੰ ਮਿਲਣਗੀਆਂ। ਅੱਛਾ, ਕੈਨੇਡਾ ਦੇ ਵਿੱਚ ਪ੍ਰਸਥਿਤੀਆਂ ਕਿਹੋ ਜਿਹੀਆਂ ਨੇ? ਤੁਸੀਂ ਜ਼ਿਕਰ ਛੇੜਿਆ ਸੀ 2 ਕੁ ਦਿਨ ਪਹਿਲਾਂ ਕਿ ਵਾਹਵਾ ਪਾਰਟੀਆਂ ਹੋ ਰਹੀਆਂ ਸੀਗੀਆਂ, ਕਰੋਨਾ ਦੇ ਕੇਸ ਵੱਧ ਰਹੇ ਸੀਗੇ, ਜਿਹਦਾ ਕਰਕੇ ਸਖਤੀ ਦਿਖਾਉਣੀ ਪਈ ਸਰਕਾਰ ਨੂੰ, ਔਰ ਜੀ। ਉਸ ਸਖਤੀ ਦਾ ਕੁਝ ਅਸਰ ਹੁੰਦਾ ਨਜ਼ਰ ਆ ਰਿਹਾ ਆ? ਕੁਝ ਪਾਰਟੀਆਂ ਬੰਦ ਹੋ ਰਹੀਆਂ ਨੇ ਜਾਂ ਪ੍ਰਸਥਿਤੀਆਂ ਅਜੇ ਜਿਉਂ ਦੀਆਂ ਤਿਉਂ ਨੇ? ਅਸਲ 'ਚ ਕਰੋਨਾ ਨੇ ਇਹੋ ਜਿਹੀ ਸਥਿਤੀ ਪੈਦਾ ਕੀਤੀ ਹੈ ਕਿ ਬਹੁਤ ਸਾਰੀਆਂ ਗੱਲਾਂ ਨੂੰ ਲੈ ਕੇ ਦੁਚਿੱਤੀ ਬਹੁਤ ਜ਼ਿਆਦਾ ਪੈਦਾ ਹੋਈ ਹੈ। ਇੱਥੇ ਕਈ ਕਾਰੋਬਾਰ ਇਹੋ ਜਿਹੇ ਜਿਹੜੇ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਆ, ਔਰ ਜਿਹੜੀਆਂ ਹਾਲੇ ਵੀ ਸਰਕਾਰ ਵੱਲੋਂ ਜਿਹੜੀਆਂ ਪਾਬੰਦੀਆਂ ਲਾਈਆਂ ਹੋਈਆਂ ਉਹਨਾਂ ਦਾ ਅਸਰ ਵੀ ਉਹਨਾਂ ਤੇ ਬਹੁਤ ਜ਼ਿਆਦਾ। ਹੁਣ ਖਾਸ ਕਰਕੇ ਜੇ ਅਸੀਂ ਜਿਹੜੇ ਆਪਾਂ ਇੰਡੀਆ ਦੇ ਵਿੱਚ ਮੈਰਿਜ ਪੈਲਸ ਕਹਿ ਦਿੰਦੇ ਆ, ਤੇ ਇੱਥੇ ਬੈਂਕੁਏਟ ਹਾਲ ਆਪਾਂ ਕਹਿ ਦਿੰਦੇ ਉਹਨਾਂ ਉੱਤੇ ਬਹੁਤ ਜ਼ਿਆਦਾ ਅਸਰ ਇਸ ਵਕਤ ਪਿਆ ਹੋਇਆ। ਕਿਉਂਕਿ ਤੁਹਾਨੂੰ ਪਤਾ ਜਦੋਂ ਪੰਜਾਬੀਆਂ ਦੇ ਕੋਈ ਵਿਆਹ ਸ਼ਾਦੀ ਹੁੰਦਾ ਤੇ ਬਹੁਤ ਲੰਬੀ ਚੌੜੀ ਜਿਹੜੀ ਰਿਸ਼ਤੇਦਾਰਾਂ ਦੀ ਸੂਚੀ ਹੁੰਦੀ ਆ, ਉਹਦੇ ਵਿੱਚ ਫਿਰ ਅਸੀਂ ਨੱਚਣਾ ਗਾਉਣਾ ਵੀ ਹੁੰਦਾ, ਇੱਕ ਦੂਜੇ ਨੂੰ ਗਲੇ ਮਿਲਣਾ ਹੁੰਦਾ। ਸੋ ਤੁਹਾਨੂੰ ਪਤਾ ਕਿ ਜਿਹੜਾ ਵਿਆਹ ਸ਼ਾਦੀਆਂ ਦਾ ਰਸਮਾਂ ਦਾ ਜਿਹੜੇ ਖੁਸ਼ੀ ਮਨਾਉਣ ਦਾ ਤਰੀਕਾ ਉਹ ਸਾਰਾ ਉਹੀ ਆ। ਸੋ ਉਹਦੇ ਵਿੱਚ ਬਹੁਤ ਜ਼ਿਆਦਾ ਖਤਰਾ ਵੱਧ ਜਾਂਦਾ ਕਿ ਕਰੋਨਾ ਵਾਇਰਸ ਦੇ ਮਾਮਲੇ ਕਿਤੇ ਨਾ ਕਿਤੇ ਵੱਧ ਨਾ ਜਾਣ। ਸੋ ਇਹਨਾਂ ਹਾਲਾਂ ਉੱਤੇ ਸਰਕਾਰ ਨੇ ਪਾਬੰਦੀ ਲਾਤੀ ਸੀ ਕਿ 50 ਤੋਂ ਵੱਧ ਜਿਹੜੇ ਲੋਕ ਆ ਉਹ ਹਾਲਾਂ ਦੇ ਵਿੱਚ ਨਹੀਂ ਆ ਸਕਦੇ। ਫਿਰ ਕੋਈ ਭੰਗੜਾ ਨਹੀਂ ਪਾ ਸਕਦਾ, ਇੱਥੋਂ ਤੱਕ ਕਿ ਸ਼ਾਇਦ ਕੋਈ ਜਾ ਕੇ ਸ਼ਗਨ ਨਹੀਂ ਪਾ ਸਕਦਾ, ਕਿਉਂਕਿ ਉੱਥੇ ਵੀ ਫਿਰ ਸੋਸ਼ਲ ਡਿਸਟੈਂਸਿੰਗ ਨਹੀਂ ਰਹਿ ਜਾਂਦੀ। ਸੋ ਕਈ ਤਰ੍ਹਾਂ ਦੀਆਂ ਰਸਮਾਂ ਉੱਤੇ ਜਿਹੜਾ ਸੀ ਉਹ ਪਾਬੰਦੀ ਲਾ ਦਿੱਤੀ ਗਈ ਸੀ। ਉਸ ਤੋਂ ਇਲਾਵਾ ਇਹ ਵੀ ਸੀ ਕਿ ਹਾਲ ਦੇ ਵਿੱਚ ਜਾ ਕੇ ਕੁਛ ਨਾ ਕੁਛ ਅਧਿਕਾਰੀ ਬੈਠ ਜਾਂਦੇ ਸੀਗੇ ਜਿਹੜੇ ਨਿਗਾਹ ਰੱਖਦੇ ਸੀ। ਉਹ ਫਿਰ ਕਿਸੇ ਨੂੰ ਪੁੱਛਦੇ ਸੀ ਆ ਕੇ, ਜੇ ਕੋਈ ਹਾਲਾਂਕਿ ਇੱਥੇ ਜਿਹੜੇ ਸ਼ਰਾਬ ਪੀਣ ਦੇ ਸ਼ੌਕੀਨ ਹੁੰਦੇ ਆ, ਤੁਹਾਨੂੰ ਪਤਾ ਕਿ ਆਪਣੇ ਵਿਆਹਾਂ ਦੇ ਵਿੱਚ ਇਹ ਸਭ ਕੁਛ ਤਾਂ ਹੁੰਦਾ ਹੀ ਆ, ਉਹਨਾਂ ਨੂੰ ਜਾ ਕੇ ਜੋ ਇੱਥੇ ਸਿਸਟਮ ਆ ਬਾਹਰ ਤੋਂ ਜਾ ਕੇ ਦਾਰੂ ਲੈਣੀ ਪੈਂਦੀ ਆ, ਉਹ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਸੀ। ਸੋ ਬਹੁਤ ਘੁੱਟਵਾਂ ਜਿਹਾ ਮਾਹੌਲ ਸੀ। ਫਿਰ ਉਹ ਜਿਹੜੇ ਵਿਆਹ ਵਾਲੇ ਹੁੰਦੇ ਸੀ ਉਹ ਬੈਂਕੁਏਟ ਹਾਲਾਂ ਵਾਲੇ ਦੇ ਸਿਰ ਪੈਂਦੇ ਸੀ ਵੀ ਭਾਈ ਤੁਸੀਂ ਸਾਨੂੰ ਇੰਜੋਏ ਨਹੀਂ ਕਰਨ ਦਿੰਦੇ। ਤੇ ਇਸ ਤੋਂ ਇਲਾਵਾ ਜਿਹੜੇ ਬੈਂਕੁਏਟ ਹਾਲ ਵਾਲੇ ਆ ਉਹਨਾਂ ਨੂੰ ਪਹਿਲਾਂ ਹੀ ਕਈ ਟਿਕਟਾਂ ਜੁਰਮਾਨੇ ਹੋ ਜਾਂਦੇ ਸੀ ਵੀ ਜਿਹੜੇ ਲੋਕ ਤੁਹਾਡੇ ਆ ਉਹ ਨਿਯਮਾਂ ਦਾ ਪਾਲਣ ਨਹੀਂ ਕਰਦੇ। ਸੋ ਬਹੁਤ ਕਸੂਤੀ ਸਥਿਤੀ ਵਿੱਚ ਫਸ ਗਿਆ ਸੀ ਤੇ ਇੱਕ ਦਿਨ ਦੁਖੀ ਹੋ ਕੇ ਉਹਨਾਂ ਨੇ ਕਹਿ ਦਿੱਤਾ ਸਰਕਾਰ ਨੂੰ ਵੀ ਜੇ ਤੁਸੀਂ ਸਾਨੂੰ ਕੋਈ ਰਾਹਤ ਨਹੀਂ ਦੇਣੀ ਤਾਂ ਤੁਸੀਂ ਸਾਨੂੰ ਵੀ ਬੰਦ ਕਰ ਦਿਓ। ਔਰ ਸਰਕਾਰ ਨੇ ਕੱਲ ਸੱਚੀ ਉਹ ਐਲਾਨ ਕਰ ਦਿੱਤਾ। ਉਹਨਾਂ ਨੇ ਤਾਂ ਬਿਆਨ ਕੀਤਾ ਸੀ, ਇੱਕ ਤਰੀਕੇ ਨਾਲ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ, ਪਰ ਉਹ ਸਰਕਾਰ ਨੇ ਕੱਲ ਸੱਚੀ ਐਲਾਨ ਕਰ ਦਿੱਤਾ। ਸੋ ਅੱਜ ਫਿਰ ਉਹਨਾਂ ਦੀ ਪ੍ਰੈਸ ਕਾਨਫਰੰਸ ਹੋਈ ਹੈ। ਉਹਨਾਂ ਨੇ ਕਿਹਾ ਕਿ ਜਿਹੜਾ ਸਾਡਾ ਕਾਰੋਬਾਰ ਹੈ ਉਹ ਬਹੁਤ ਜ਼ਿਆਦਾ ਘਾਟੇ ਚੱਲ ਰਿਹਾ, ਅਸੀਂ ਪ੍ਰੋਪਰਟੀ ਟੈਕਸ ਕਿੱਥੋਂ ਦੇਵਾਂਗੇ, ਹੋਰ ਕਈ ਤਰ੍ਹਾਂ ਦੇ ਖਰਚੇ ਆ, ਟੈਕਸ ਆ, ਸਾਡੇ ਬੰਦੇ ਕੰਮ ਕਰਦੇ ਆ। ਸੋ ਉਹ ਸਾਰਿਆਂ ਦਾ ਜਿਹੜਾ ਜੀਵਨ ਨਿਰਮਾਣ ਹੈ ਉਹ ਸਾਰਾ ਔਖਾ ਹੋ ਰਿਹਾ। ਸੋ ਇਸ ਸੰਬੰਧੀ ਹੁਣ ਕੱਲ ਨੂੰ ਇੱਕ ਹੋਰ ਉਹਨਾਂ ਨੇ ਪ੍ਰੈਸ ਕਾਨਫਰੰਸ ਰੱਖੀ ਆ। ਸੋ ਹੁਣ ਲੱਗਦਾ ਇਹ ਹੈ ਕਿ ਕੱਲ ਨੂੰ ਕੋਈ ਵੱਡਾ ਵਿਰੋਧ ਦਾ ਐਲਾਨ ਉੱਥੇ ਹੋ ਸਕਦਾ ਆ। ਪਰ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਕਈ ਤਰਕ ਦਿੱਤੀਆਂ। ਉਹਨਾਂ ਨੇ ਕਿਹਾ ਕਿ ਭਾਈ ਲੋਕ ਫਾਰਮਾਂ 'ਚ ਵਿਆਹ ਸ਼ਾਦੀਆਂ ਕਰੀ ਜਾਂਦੇ ਨੇ, ਘਰਾਂ ਦੇ ਵਿੱਚ 3-3 ਟੈਂਟ ਲਾ ਕੇ ਪਾਰਟੀਆਂ ਕਰੀ ਜਾਂਦੇ ਨੇ, ਉੱਥੇ 50-50 ਬੰਦੇ ਇੱਕੋ ਵਾਸ਼ਰੂਮ ਯੂਜ਼ ਕਰੀ ਜਾਂਦੇ ਨੇ। ਫਿਰ ਉੱਥੇ ਨਾ ਕੋਈ ਸੋਸ਼ਲ ਡਿਸਟੈਂਸਿੰਗ ਆ, ਨਾ ਉੱਥੇ ਕੋਈ ਜਾ ਕੇ ਨਿਗਾਹ ਰੱਖਦਾ। ਸੋ ਉੱਥੇ ਵੱਧ ਖਤਰਾ ਹੈ, ਸਗੋਂ ਅਸੀਂ ਇੱਥੇ ਸਥਿਤੀ ਕੰਟਰੋਲ ਕਰਕੇ ਰੱਖਦੇ ਹਾਂ। ਤੇ ਇਸ ਤੋਂ ਇਲਾਵਾ ਪਾਰਕਾਂ ਵਿੱਚ ਵੀ ਉਵੇਂ ਹੀ ਭੀੜ ਹੋਣ ਲੱਗ ਪਈ ਆ, ਬੀਚਾਂ ਤੇ ਵੀ। ਸੋ ਇਹ ਸਾਰੀਆਂ ਦਲੀਲਾਂ ਦੇ ਕੇ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਤੋਂ ਮੰਗ ਕਰਨ ਦੀ ਵੀ ਸਾਨੂੰ ਥੋੜੀ ਰਾਹਤ ਦਿੱਤੀ ਜਾਵੇ, ਪਰ ਹਾਲੇ ਲੱਗਦਾ ਨਹੀਂ ਕਿ ਸਰਕਾਰ ਉਹਨਾਂ ਨੂੰ ਕੋਈ ਰਾਹਤ ਦਊਗੀ। ਹੁਣ ਦੇਖਣਾ ਇਹ ਬਣਦਾ ਕਿ ਕੱਲ ਨੂੰ ਕੀ ਉਹ ਐਲਾਨ ਕਰਦੇ ਆ।
ਬਿਲਕੁਲ, ਕੁੱਲ ਮਿਲਾ ਕੇ ਇਹ ਵੀ ਕਿਹਾ ਜਾ ਸਕਦਾ ਹੈ ਮਨਦੀਪ ਜੀ ਕਿ ਵਿਸ਼ਵ ਭਰ ਦੇ ਵਿੱਚ ਹਰ ਕਿੱਤੇ ਨਾਲ ਜੁੜਿਆ ਹੋਇਆ ਵਿਅਕਤੀ ਜਿਹੜਾ ਆ ਉਹ ਇਸ ਦੌਰ ਦੇ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰ ਰਿਹਾ ਤੇ ਇਹ ਜੇ ਵੱਡੇ ਕਾਰੋਬਾਰੀ ਚਾਹੇ ਬੈਂਕੁਏਟ ਹਾਲ ਦੇ ਮਾਲਕ ਹੋਣ, ਚਾਹੇ ਕੋਈ ਹੋਰ ਕਾਰੋਬਾਰੀ ਹੋਵੇ, ਚਾਹੇ ਫੈਕਟਰੀਆਂ ਚਲਾਉਣ ਵਾਲੇ ਹੋਣ, ਉਹ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਆ ਤੇ ਹਾਲ ਉਹਨਾਂ ਮਜ਼ਦੂਰਾਂ ਦਾ ਕੀ ਹੋ ਸਕਦਾ ਹੈ, ਇਸ ਗੱਲ ਦਾ ਸਹਿਜੇ ਅੰਦਾਜ਼ਾ ਲਾਇਆ ਜਾ ਸਕਦਾ। ਜਿਹੜੇ ਸਵੇਰ ਨੂੰ ਦਿਹਾੜੀ ਨਿਕਲਦੇ ਸੀਗੇ, ਸ਼ਾਮ ਤੱਕ ਉਹ ਮਜ਼ਦੂਰੀ ਦੇ ਵਿੱਚ ਜਿਹੜਾ ਰੋਜ਼ਾਨਾ ਮਿਲਦਾ ਸੀ ਕਮਾ ਕੇ ਲਿਆਉਂਦੇ ਸੀਗੇ ਤੇ ਉਹਦੇ ਨਾਲ ਹੀ ਆਪਣਾ ਰਾਸ਼ਨ ਪਾਣੀ ਖਰੀਦਦੇ ਸੀ ਤੇ ਅਗਲੇ ਦਿਨ ਉਹਨਾਂ ਦੀ ਫਿਰ ਨਵੀਂ ਦੌੜ ਸ਼ੁਰੂ ਹੋ ਜਾਂਦੀ ਸੀ। ਕੁੱਲ ਮਿਲਾ ਕੇ ਕਹਿ ਜੀ ਸਕਦੇ ਕਿ ਵਿਸ਼ਵ ਭਰ ਦੇ ਵਿੱਚ ਪ੍ਰਸਥਿਤੀਆਂ ਲਗਭਗ ਇਹੋ ਜਿਹੀਆਂ ਹੀ ਆ ਔਰ ਇਹਨਾਂ ਪ੍ਰਸਥਿਤੀਆਂ ਦੇ ਵਿੱਚ ਰੋਟੀ ਦੀ ਦੌੜ ਜਿਹੜੀ ਹੈ ਉਹ ਸਾਰਿਆਂ ਲਈ ਜਿਹੜੀ ਆ ਉਹ ਲੱਗੀ ਹੋਈ ਆ ਔਰ ਸਾਰੇ ਪਰੇਸ਼ਾਨੀ ਦੇ ਵਿੱਚ ਜਿਹੜੇ ਆ ਉਹ ਇਸ ਵੇਲੇ ਨਜ਼ਰ ਆ ਰਹੇ ਆ ਤੇ ਉਮੀਦ ਰੱਖਦੇ ਆ ਕਿ ਘੱਟੋ ਘੱਟ ਇਸ ਪਰੇਸ਼ਾਨੀ ਨੂੰ ਮਾਨਸਿਕ ਪਰੇਸ਼ਾਨੀ ਦੇ ਰੂਪ ਦੇ ਵਿੱਚ ਆਪਣੇ ਉੱਤੇ ਹਾਵੀ ਨਹੀਂ ਹੋਣ ਦੇਣਗੇ, ਕਿਉਂਕਿ ਔਖੇ ਭਲੇ ਵੇਲੇ ਜਿਹੜੇ ਆ ਉਹ ਆਉਂਦੇ ਰਹਿੰਦੇ ਆ। ਉਹ ਕਹਿੰਦੇ ਹੁੰਦੇ ਨਾ ਜੀ ਕਿ ਕਿਸੇ ਨੇ ਕਿਹਾ ਸੀਗਾ ਕਿ ਕੁਝ ਇਹੋ ਜਿਹਾ ਜਿਹੜਾ ਆ ਉਹ ਲਿਖੋ ਜਿਹੜਾ ਜੇ ਨਾ ਚ ਹੋਵੇ ਤਾਂ ਵੀ ਜਿਹੜਾ ਆ ਉਹ ਸਾਨੂੰ ਚੰਗਾ ਲੱਗੇ ਤੇ ਜੇ ਹਾਂ ਚ ਹੋਵੇ ਤਾਂ ਵੀ ਸਾਨੂੰ ਚੰਗਾ ਲੱਗੇ ਤੇ ਜੀ ਉਹਦੇ ਲਈ ਲਿਖਿਆ ਗਿਆ ਕਿ ਵਕਤ ਬਦਲ ਜਾਏਗਾ। ਮਤਲਬ ਜੀ ਜੇ ਮਾੜਾ ਵਕਤ ਆ ਉਹ ਵੀ ਚਲਾ ਜਾਏਗਾ, ਕੋਈ ਗੱਲ ਨਹੀਂ, ਚੰਗਾ ਆ ਜਾਏਗਾ ਤੇ ਜੇ ਚੰਗਾ ਵਕਤ ਹੈ ਤੇ ਇਹ ਵੀ ਹਮੇਸ਼ਾ ਨਹੀਂ ਰਹਿਣਾ, ਇਸ ਕਰਕੇ ਮਾੜੇ ਲਈ ਵੀ ਆਪਣੇ ਆਪ ਨੂੰ ਤਿਆਰ ਰੱਖਣਾ ਪਏਗਾ। ਸੋ ਪ੍ਰਸਥਿਤੀਆਂ ਲਗਭਗ ਵਿਸ਼ਵ ਦੇ ਵਿੱਚ ਇਹੋ ਜਿਹੀਆਂ ਨੇ ਤੇ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਬਾਂਹ ਫੜਨ ਲੋਕਾਂ ਦੀ ਤੇ ਲੋਕਾਂ ਦੀ ਜੀ ਜ਼ਿੰਮੇਵਾਰੀ ਬਣਦੀ ਹੈ ਕਿ ਘੱਟੋ ਘੱਟ ਜਿੰਨੀ ਜੋਗੇ ਹੈਗੇ ਆ, ਜਿੰਨੀ ਸਮਰੱਥਾ ਉਹਨਾਂ ਦੀ ਹੈਗੀ ਆ, ਜਿੱਥੋਂ ਤੱਕ ਸਹਿਯੋਗ ਦਿੱਤਾ ਜਾ ਸਕਦਾ ਸਰਕਾਰਾਂ ਦਾ ਸਹਿਯੋਗ ਦਿੱਤਾ ਜਾਵੇ ਤਾਂ ਕਿ ਇਸ ਬਿਮਾਰੀ ਦੇ ਨਾਲ, ਮਹਾਮਾਰੀ ਦੇ ਨਾਲ ਲੜਿਆ ਜਾਵੇ। ਜੀ ਜਸਵੀਰ ਜੀ, ਤੁਸੀਂ ਇੱਕ ਗੱਲ ਕਹੀ ਕਿ ਵਕਤ ਬਦਲ ਜਾਏਗਾ, ਪਰ ਆਪਣੇ ਕੋਲ ਜਿਹੜੇ 2-4 ਮਿੰਟ ਨੇ ਬਚੇ ਨੇ, ਮੈਂ ਚਾਹੁੰਦਾ ਕਿ ਇੱਕ ਅਜਿਹੀ ਗੱਲ ਕਰ ਲਈ ਜਾਵੇ ਜਿਹੜੀ ਬਦਲ ਨਹੀਂ ਰਹੀ, ਬਹੁਤ ਸਾਲ ਹੋ ਗਏ ਖਾਸ ਕਰਕੇ ਭਾਰਤ ਵਿੱਚ, ਪੰਜਾਬ ਵਿੱਚ। ਸੋ ਮੈਂ ਗੱਲ ਕਰ ਰਿਹਾ ਸਿਆਸਤ ਤੇ ਘੁਟਾਲਿਆਂ ਦੇ ਰਿਸ਼ਤੇ ਦੀ, ਜੋ ਨਹੀਂ ਬਦਲ ਰਹੀ, ਇਹ ਰਿਸ਼ਤਾ ਉਦਾਂ ਹੀ ਬਣਿਆ ਹੋਇਆ। ਸੋ ਬੀਤੇ ਦਿਨ ਆਪਾਂ ਗੱਲ ਕੀਤੀ ਸੀ ਕਿ ਸਾਧੂ ਸਿੰਘ ਧਰਮਸੋਤ ਹੁਣ ਇੱਕ ਘੁਟਾਲੇ 'ਚ ਫਸੇ ਹੋਏ ਨੇ। ਸੋ ਮੈਂ ਚਾਹੁੰਦਾ ਕਿ ਥੋੜੀ ਜਿਹੀ ਤੁਸੀਂ ਉੱਤੇ ਅਪਡੇਟ ਜ਼ਰੂਰ ਦੇ ਦਿਓ ਕਿ ਇਸ ਵਕਤ ਹੁਣ ਕੌਣ ਕੌਣ ਉਹਦਾ ਵਿਰੋਧ ਕਰ ਰਿਹਾ ਤੇ ਕੀ ਉਹਦਾ ਕੋਈ ਅਸਰ ਹੋ ਰਿਹਾ ਜੋ ਵਿਰੋਧੀਆਂ ਪਾਰਟੀਆਂ ਵੱਲੋਂ ਇਸ ਮਾਮਲੇ 'ਚ ਵਿਰੋਧ ਕੀਤਾ ਜਾ ਰਿਹਾ। ਵਿਰੋਧੀ ਪਾਰਟੀਆਂ ਲਗਾਤਾਰ ਵਿਰੋਧ ਕਰ ਰਹੀਆਂ ਨੇ ਔਰ ਸਾਧੂ ਸਿੰਘ ਧਰਮਸੋਤ ਦੇ ਨਾਲ ਜਿਹੜਾ ਆ ਉਹ ਬਲਵਿੰਦਰ ਸਿੰਘ ਢਾਲੀਵਾਲ ਫਗਵਾੜੇ ਤੋਂ ਜਿਹੜਾ ਕਾਂਗਰਸ ਦਾ ਵਿਧਾਇਕ ਆ ਉਹ ਵੀ ਹੁਣ ਲਪੇਟੇ 'ਚ ਆਇਆ। ਕੱਲ ਉਹਦੇ ਘਰ ਦੇ ਅੱਗੇ ਵੀ ਜਿਹੜਾ ਆ ਉਹ ਆਮ ਆਦਮੀ ਪਾਰਟੀ ਨੇ ਤੇ ਯੂਥ ਅਕਾਲੀ ਦਲ ਨੇ ਧਰਨਾ ਲਾਇਆ ਹੋਇਆ ਸੀਗਾ ਔਰ ਉਹਨਾਂ ਦੇ ਉੱਤੇ ਵੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ, ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਪਰ ਇਸ ਸਭ ਦੇ ਵਿੱਚ ਇੱਕ ਦਿਲਚਸਪ ਗੱਲ ਨਿਕਲ ਕੇ ਜਿਹੜੀ ਸਾਹਮਣੇ ਆਈ ਉਹ ਇਹ ਹੈ ਕਿ ਸਰਕਾਰ ਨੇ, ਕੈਪਟਨ ਸਰਕਾਰ ਨੇ ਜਾਂਚ ਕਮੇਟੀ ਬਣਾਈ ਸੀਗੀ ਇਸ ਸਾਰੇ ਮਾਮਲੇ ਦੀ ਜਾਂਚ ਲਈ ਤੇ ਜਾਂਚ ਕਮੇਟੀ ਬਣਾਈ ਸੀ ਵਿਨੀ ਮਹਾਜਨ ਜਿਹੜੇ ਮੁੱਖ ਸਕੱਤਰ ਨੇ ਉਹਨਾਂ ਦੀ ਅਗਵਾਈ ਦੇ ਵਿੱਚ। ਪਤਾ ਲੱਗਾ ਆ ਕਿ ਹੁਣ ਉਹਨਾਂ ਦੀ ਜਾਂਚ ਟੀਮ ਦੀ ਇੱਕ ਮੈਂਬਰ ਜਿਹੜੀ ਆ ਉਹਨੂੰ ਜਿਹੜਾ ਇਕਾਂਤਵਾਸ ਕਰ ਦਿੱਤਾ ਗਿਆ। ਉਹਦੇ 'ਚ ਕੋਰੋਨਾ ਵਾਇਰਸ ਦੇ ਲੱਛਣ ਜਿਹੜੇ ਆ ਉਹ ਨਜ਼ਰ ਆਏ ਸੀਗੇ ਤੇ ਜਦੋਂ ਉਹਨਾਂ 'ਚ ਨਜ਼ਰ ਆਏ ਤੇ ਕਹਿ ਸਕਦੇ ਕਿ ਪੂਰੀ ਦੀ ਪੂਰੀ ਜਾਂਚ ਟੀਮ ਹੀ ਇੱਕ ਤਰੀਕੇ ਨਾਲ ਇਕਾਂਤਵਾਸ ਚਲੇ ਗਈ ਹੈ ਤੇ ਹੁਣ ਪਤਾ ਨਹੀਂ ਕਿ ਇਹ ਜਾਣ ਬੁੱਝ ਕੇ ਠੰਡੇ ਬਸਤੇ 'ਚ ਪਾਉਣ ਲਈ ਇਹ ਕੀਤਾ ਗਿਆ ਜਾਂ ਸੱਚੀਓ, ਕਿਉਂਕਿ ਦੌਰ ਹੀ ਇਹੋ ਜਿਹਾ ਚੱਲਦਾ, ਕੋਈ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਕਿਹੜਾ ਇਨਫੈਕਟਡ ਹੋ ਜਾਂਦਾ, ਕਿਹਦੇ ਵਿੱਚੋਂ ਉਹ ਲੱਛਣ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਆ। ਤਾਂ ਕਰਕੇ ਕਹਿ ਸਕਦੇ ਕਿ ਠੰਡੇ ਬਸਤੇ ਦੇ ਵਿੱਚ ਇਹ ਜਾਂਚ ਫਿਲਹਾਲ ਦੀ ਘੜੀ ਪੈ ਗਈ। ਇਹਦਾ ਸੱਚ ਜਾਂ ਤੱਥ ਇਹਦੇ ਕੋਈ ਨਿਕਲ ਕੇ ਸਾਹਮਣੇ ਅਜੇ ਨਹੀਂ ਆਉਣੇ ਬਾਹਰ। ਦੂਜੀ ਗੱਲ ਇਹਦੇ ਨਾਲ ਇੱਕ ਹੋਰ ਹੋਈ ਹੈ ਕਿ ਇੱਕ ਸਾਬਕਾ ਵਿਧਾਇਕ ਨੇ ਅਕਾਲੀ ਦਲ ਦੇ ਨਿਰਮਲ ਸਿੰਘ ਹੋਰੀ, ਉਹ ਜਸਟਿਸ ਵੀ ਰਹਿ ਚੁੱਕੇ ਨੇ। ਉਹਨਾਂ ਨੇ ਇੱਕ ਜਿਹੜੀ ਮੰਗ ਰੱਖ ਦਿੱਤੀ ਨਵੀਂ, ਉਹ ਕਹਿੰਦੇ ਭਾਈ ਆ ਹੁਣ ਵਾਲੇ ਘੁਟਾਲੇ ਦੇ ਨਾਲ ਜੋੜ ਕੇ ਜਿਹੜਾ ਆ ਸਾਲ 2012 ਤੋਂ ਲੈ ਕੇ ਹੁਣ ਤੱਕ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਜਿਹੜਾ ਵੀ ਲੇਖਾ ਜੋਖਾ ਹੈਗਾ ਉਹਦੀ ਸਾਰੇ ਦੀ ਕਿਸੇ ਰਿਟਾਇਰਡ ਜਾਂ ਸਿਟਿੰਗ ਜੱਜ ਦੇ ਕੋਲੋਂ ਜਾਂਚ ਕਰਵਾਈ ਜਾਵੇ ਤਾਂ ਸੱਚ ਦੇ ਤੱਥ ਨਿਕਲ ਕੇ ਸਾਹਮਣੇ ਆਉਣੇ। ਜੇ ਅਕਾਲੀ ਦਲ ਤੇ ਕਾਂਗਰਸ ਦੋਨੋਂ ਗੰਭੀਰ ਹੈਗੇ ਨਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ, ਤਾਂ 2012 ਤੋਂ ਲੈ ਕੇ ਹੁਣ ਤੱਕ ਦੀ ਪੂਰੀ ਜਾਂਚ ਕਰਵਾਉਣ। ਤੇ ਮੈਨੂੰ ਲੱਗਦਾ ਕਿ ਨਿਰਮਲ ਸਿੰਘ ਹੋਰਾਂ ਨੂੰ ਇਸ ਗੱਲ ਦੇ ਵੀ ਸ਼ੰਕੇ ਹੋਣਗੇ ਕਿ ਘੁਟਾਲਾ ਭਾਈ ਕੱਲਾ ਹੁਣ ਨਹੀਂ ਹੋਇਆ, ਇਹ ਘੁਟਾਲਾ ਅਕਾਲੀ ਦਲ ਭਾਜਪਾ ਗੱਠਜੋੜ ਦੀ ਸਰਕਾਰ ਸਮੇਂ ਵੀ ਹੋਇਆ ਸੀਗਾ। ਤੇ ਫਿਰ ਜੇ ਉਹਨਾਂ ਨੂੰ ਲੱਗਦਾ ਹੈ ਕਿ ਹੋਇਆ ਆ ਤੇ ਜਾਂਚ ਹੁੰਦੀ ਹੈ ਤੇ ਫਿਰ ਆ ਜਿਹੜੇ ਯੂਥ ਅਕਾਲੀ ਦਲ ਵਾਲੇ ਧਰਨੇ ਲਾ ਰਹੇ ਆ ਕਾਂਗਰਸੀ ਵਿਧਾਇਕਾਂ ਦੇ ਘਰਾਂ ਦੇ ਅੱਗੇ, ਢਾਲੀਵਾਲ ਦੇ ਘਰ ਅੱਗੇ ਧਰਨਾ ਲਾਇਆ, ਉਧਰ ਸਾਧੂ ਸਿੰਘ ਧਰਮਸੋਤ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਜਾਂ ਫਿਰ ਚੌਧਰੀ ਦੀ ਕੋਠੀ ਦੇ ਅੱਗੇ ਪਵਨ ਕੁਮਾਰ ਟੀਨੂ ਹੋਰੀ ਜਾ ਕੇ ਮੀਂਹ ਦੇ ਵਿੱਚ ਜਾ ਕੇ ਧਰਨਾ ਲਾ ਕੇ ਬਹਿ ਗਏ ਸੀਗੇ, ਪੁਤਲਾ ਸਾੜ ਕੇ ਸੀਗੇ। ਤੇ ਫਿਰ ਮੈਨੂੰ ਲੱਗਦਾ ਕਿ ਉਹਨਾਂ ਨੂੰ ਵੀ ਸੰਦੇ ਪੈ ਜਾਣਗੇ ਜੇ ਸੱਚੀਓ ਹੀ ਨਿਰਪੱਖ ਜਾਂਚ ਹੋਈ। ਪਰ ਸੱਚੀਓ ਤੇ ਨਿਰਪੱਖ
ਇਹ ਦੋਨੋਂ ਸ਼ਬਦ ਮੈਨੂੰ ਲੱਗਦਾ ਕਿ ਕਦੋਂ ਦੇ ਹੀ ਛਾਈ-ਮਾਈ ਹੋ ਗਏ, ਇਹ ਤਾਂ ਲੱਭਦੇ ਹੀ ਨਹੀਂ ਆ। ਨਾ ਸੱਚੀ ਜੀ ਜਾਂਚ ਹੁੰਦੀ ਹੈ ਤੇ ਨਾ ਨਿਰਪੱਖ ਜਾਂਚ ਹੁੰਦੀ ਹੈ। ਇਹ ਜਾਂਚ ਨੂੰ ਤਾਂ ਕੁਆਰੰਟਾਈਨ ਕਰ ਦਿੱਤਾ ਜਾਂਦਾ ਹੈ ਜਦੋਂ ਕਿਤੇ ਸਿਰੇ ਬੰਨੇ ਜਾਂਦੀ ਨਜ਼ਰ ਆਉਂਦੀ ਹੈ ਮਨਦੀਪ ਜੀ। ਜੀ ਬਿਲਕੁਲ, ਮੇਰੇ ਖਿਆਲ ਨਾਲ ਕਰੋਨਾ ਵਾਇਰਸ ਦੇ ਲਈ ਲੋਕਾਂ ਲਈ ਤਾਂ ਕੁਆਰੰਟਾਈਨ ਦਾ ਸ਼ਬਦ ਹੋਣਾ ਆ, ਪਰ ਇਹ ਜਾਂਚ ਜਿਹੜੀ ਹੈ ਇਹਦੇ ਲਈ ਤਾਂ ਮੇਰੇ ਖਿਆਲ ਨਾਲ ਕਈ ਦਹਾਕੇ ਹੋ ਗਏ ਭਾਰਤ ਵਿੱਚ ਇਹ ਸ਼ਬਦ ਪਹਿਲਾਂ ਹੀ ਵਰਤਿਆ ਜਾ ਰਿਹਾ। ਖੈਰ ਜਸਵੀਰ ਜੀ, ਬਹੁਤ ਖਾਸ ਖਬਰਾਂ ਤੇ ਚਰਚਾ ਹੋਈ ਹੈ ਔਰ ਬੜੇ ਵਿਸਥਾਰ ਨਾਲ ਚਰਚਾ ਹੋਈ ਹੈ, ਸੋ ਬਹੁਤ ਬਹੁਤ ਧੰਨਵਾਦ ਅੱਜ ਲਈ। ਕੱਲ ਨੂੰ ਫੇਰ ਤੁਹਾਨੂੰ ਜ਼ਰੂਰ ਤਕਲੀਫ ਦੇਵਾਂਗੇ ਖਬਰਾਂ ਤੇ ਚਰਚਾ ਲਈ। ਸ਼ੁਕਰੀਆ ਮਨਦੀਪ ਜੀ। ਜੀ ਸੋ ਇਹ ਸੀ ਸਾਡੀ ਅੱਜ ਦੀ ਪੇਸ਼ਕਸ਼, ਜਿਹਦੇ ਵਿੱਚ ਅਸੀਂ ਕਾਫੀ ਖਾਸ ਖਬਰਾਂ ਤੇ ਚਰਚਾ ਕੀਤੀ ਔਰ ਖਬਰਾਂ ਬਹੁਤ ਜ਼ਿਆਦਾ ਮਹੱਤਵਪੂਰਨ ਸੀਗੀਆਂ, ਜਿਨ੍ਹਾਂ ਦਾ ਸਰੋਕਾਰ ਜਿਹੜਾ ਵਾ ਖਾਸ ਤੌਰ ਤੇ ਆਮ ਲੋਕਾਂ ਨਾਲ ਜੁੜਿਆ ਹੁੰਦਾ। ਸੋ ਇਸੇ ਤਰ੍ਹਾਂ ਅਸੀਂ ਫਿਰ ਪੇਸ਼ ਹੋਵਾਂਗੇ, ਫਿਰ ਅਸੀਂ ਲੈ ਕੇ ਆਵਾਂਗੇ ਖਾਸ ਖਬਰਾਂ ਤੇ ਚਰਚਾ। ਤਦ ਤੱਕ ਦਿਓ ਸਾਨੂੰ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਟੀਵੀ ਪੰਜਾਬ।